बीजेपी कह रही आ कि ਜਿਹੜਾ ਨੀਤਿਸ਼ ਕੁਮਾਰ ਇਹ ਹਮੇਸ਼ਾ ਲੋਕਾਂ ਨੂੰ ਧੋਖਾ ਦਿੰਦਾ ਆ, ਇਹ ਇਤਬਾਰ ਦੇ ਕਾਬਿਲ ਹੀ ਨਹੀਂ ਆ, ਇਹ 'ਤੇ ਇਤਬਾਰ ਨਾ ਕਰਿਓ। ਰਾਬੜੀ ਦੇ ਘਰ ਵੀ ਪਹੁੰਚ ਗਏ ਆ ਬੀਜੇਪੀ ਦੇ ਲੀਡਰ ਕਿ ਤੁਸੀਂ ਇਹ 'ਤੇ ਭਰੋਸਾ ਨਾ ਕਰਿਓ ਜੀ, ਇਹ ਭਰੋਸੇਮੰਦ ਵਿਅਕਤੀ ਨਹੀਂ। ਇਹ ਮਜਬੂਰੀਆਂ ਕਾਹਦੀਆਂ, ਜਾਂ ਤਾਂ ਕਹਿ ਲਓ ਵੀ ਇਹ ਸਾਡੀ, ਮੈਂ ਤਾਂ ਸਮਝਦਾ ਕਿ ਸਾਡੀ ਡੈਮੋਕ੍ਰੇਸੀ ਦੀ ਸ਼ਾਇਦ ਸਭ ਤੋਂ ਵੱਡੀ ਫੇਲਿਅਰ ਇਹ ਹੈ ਵੀ ਇੱਥੇ ਘੱਟ ਗਿਣਤੀ ਲੋਕ ਜਿਹੜੇ ਮੁੱਖ ਮੰਤਰੀ ਵੀ ਬਣ ਜਾਂਦੇ ਆ ਤੇ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਆ। ਇਸੇ ਬੀਜੇਪੀ ਨੇ ਏਦਾਂ ਦੇ ਲੋਕਾਂ ਤੇ ਯਕੀਨ ਕੀਤਾ ਜਿਨ੍ਹਾਂ ਤੇ ਬਹੁਤ ਵੱਡੇ ਵੱਡੇ ਕਰਪਸ਼ਨ ਦੇ ਇਲਜ਼ਾਮ, ਤੇ ਉਹਨਾਂ ਨੂੰ ਜਿਹੜਾ ਆ ਯਕੀਨ ਕਰਕੇ ਵੱਖ ਸੂਬਿਆਂ ਦੇ ਵਿੱਚ ਆਪਣੀ ਰਾਜਨੀਤੀ ਜਿਹੜੀ ਆ ਡਿਜ਼ਾਈਨ ਕੀਤੀ, ਚਮਕਾਈ, ਜਿਹਨਾਂ ਲੋਕਾਂ ਨੂੰ ਮੁੱਖ ਮੰਤਰੀ ਤੱਕ ਵੀ ਬਣਾਇਆ। ਜੇ ਯੂਰਪੀਆ ਦੀ ਜਿਹੜੀ ਸਭ ਤੋਂ ਵੱਡੀ ਮਿਸਾਲ ਸਾਡੇ ਸਾਹਮਣੇ ਹੈ, ਜਾਂਦਾ ਨਾ ਹੀ ਕਈ ਵਾਰੀ ਮਨ ਦੇ ਵਿੱਚ ਏਦਾਂ ਦੀ ਗੱਲ ਹੁੰਦੀ ਹੈ, ਜੋ ਦੀਪ ਸਿੱਧੂ ਸੋਚਦਾ ਸੀ ਲਾਲਜੀਤ ਭੁੱਲਰ ਵੀ ਉਹੀ ਸੋਚਦਾ ਹੋਵੇ, ਜਾਂ ਦੀਪ ਸਿੱਧੂ ਦੀਆਂ ਜਿਹੜੀਆਂ ਐਕਟੀਵਿਟੀਜ਼ ਰਹੀਆਂ ਉਹੀ ਲਾਲਜੀਤ ਭੁੱਲਰ ਦੀਆਂ ਰਹੀਆਂ ਹੋਣ। ਇਹ ਏਦਾਂ ਨਹੀਂ ਹੁੰਦਾ ਕਦੀ ਵੀ। ਸਿਆਸਤਦਾਨਾਂ ਦੇ ਗੱਠਜੋੜ ਦਾ ਪਰਦਾਫਾਸ਼ ਕਰਦਾ, ਤੱਥਾਂ ਸਹਿਤ ਸਹੀ ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਤੋਂ ਜੁੜ ਗਏ ਸੁਸ਼ੀਲ ਦਸਾਂਝ ਜੀ। ਹਰ ਰੋਜ਼ ਦੀ ਤਰ੍ਹਾਂ ਆਪਣੇ ਦਰਸ਼ਕਾਂ ਦੇ ਨਾਲ ਦਸਾਂਝ ਸਾਹਿਬ ਦਾ ਵੀ ਕਰਦੇ ਹਾਂ ਸਵਾਗਤ। ਜੀ ਆਇਆਂ ਨੂੰ ਜੀ ਦਸਾਂਝ ਸਾਹਿਬ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ, ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਚੰਡੀਗੜ੍ਹ ਸਟੂਡੀਓ ਤੋਂ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਜੀ ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਅੱਜ ਦੀ ਸਭ ਤੋਂ ਵੱਡੀ ਖਬਰ ਬਿਹਾਰ ਨੂੰ ਲੈ ਕੇ। ਬਿਹਾਰ ਦੇ ਵਿੱਚ ਨੀਤਿਸ਼ ਕੁਮਾਰ ਦੀ ਪਾਰਟੀ ਦਾ ਬੀਜੇਪੀ ਨਾਲੋਂ ਗੱਠਜੋੜ ਦਾ ਟੁੱਟਣਾ ਕਿੱਡੀ ਕੁ ਵੱਡੀ ਸਿਆਸੀ ਘਟਨਾ ਇਹਨੂੰ ਮੰਨਿਆ ਜਾਵੇ? ਕੀ ਇਹਦੇ ਨਾਲ 2014 ਦੀਆਂ ਇਲੈਕਸ਼ਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਰੱਥ ਨੂੰ ਰੋਕਿਆ ਜਾ ਸਕੇਗਾ? ਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਸੀਰੀਅਸਲੀ ਹੁਣ ਕਿਸੇ ਇੱਕ ਕੈਂਪ ਵਿੱਚ ਆ ਕੇ ਤੇ ਨਵੇਂ ਸਿਰਿਓਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਹ ਰਾਜਨੀਤੀ ਆ ਉਹਦੇ ਤੋਂ ਭਾਰਤੀਆਂ ਦਾ ਖਹਿੜਾ ਛਡਾਉਣ ਦਾ ਕੋਈ ਯਤਨ ਕਰ ਸਕਦੀਆਂ ਨੇ, ਜਾਂ ਅਜੇ ਇਹਨੂੰ ਸਿਰਫ ਇੱਕ ਸਟੇਟ ਦੀ ਗੱਲ ਹੀ ਸਮਝਿਆ ਜਾਵੇ? ਦੇਖੋ, ਇਹਦੇ ਇਸ ਘਟਨਾ ਦੇ ਦੋ ਪਹਿਲੂ ਹੈ ਜੀ। ਹਾਂਜੀ। ਨੰਬਰ ਇੱਕ ਤਾਂ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਦਾ ਰੱਥ ਜਿਹੜਾ ਆ ਉਹਨੂੰ ਕਿਤੇ ਨਾ ਕਿਤੇ ਬਹੁਤ ਵੱਡਾ ਝਟਕਾ ਲੱਗ ਗਿਆ, ਰਸਤੇ 'ਚ ਇੱਕ ਰੁਕਾਵਟ ਆਈ ਹੈ। ਦੇਖੋ, ਇਹਦੇ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਸਿਆਸੀ ਕਿਰਦਾਰ ਦਾ ਜਦੋਂ ਅਸੀਂ ਅਕਸਰ ਚਰਚਾ ਕਰਦੇ ਹਾਂ ਤਾਂ ਇਹ ਠੀਕ ਹੈ ਕਿ ਨੀਤੀਸ਼ ਕੁਮਾਰ ਜਿਹੜੇ ਆ ਉਹਨਾਂ ਦੀ ਹੁਣ ਬੜੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਓਪੋਜੀਸ਼ਨ ਜਿਹੜੀਆਂ ਪਾਰਟੀਆਂ ਨੇ ਐਨਡੀਏ ਦੇ ਖਿਲਾਫ ਜਿਹੜੀਆਂ ਹੈਗੀਆਂ, ਕਾਂਗਰਸ ਸਮੇਤ ਵਿੱਚ ਲੈਫਟ ਸ਼ਾਮਲ ਹੈ, ਤੇ ਉਹ ਇਸ ਗੱਲ ਦੀ ਖੁਸ਼ੀ ਮਨਾ ਰਹੀਆਂ ਵੀ ਭਾਰਤੀ ਜਨਤਾ ਪਾਰਟੀ ਦਾ ਇੱਕ ਸਹਿਯੋਗੀ, ਐਨਡੀਏ ਦਾ ਸਹਿਯੋਗੀ ਜਿਹੜਾ ਹੈ ਉਹ ਛੱਡ ਕੇ ਵਾਪਸ ਆ ਗਿਆ। ਪਰ ਜਦੋਂ ਸਿਆਸੀ ਕਿਰਦਾਰ ਦੇਖਣਾ ਹੋਵੇ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਹੈ, ਇਹ ਦੂਜੀ ਵਾਰ ਉਹਨਾਂ ਨੇ ਐਨਡੀਏ ਨੂੰ ਛੱਡਿਆ। ਪਹਿਲਾਂ ਵੀ ਇੱਕ ਵਾਰ ਐਨਡੀਏ ਨੂੰ ਛੱਡ ਕੇ ਉਹ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਨਾਲ ਆ ਚੁੱਕੇ ਆ, ਤੇ ਫਿਰ ਰਲ ਕੇ ਚੋਣ ਵੀ ਲੜ ਚੁੱਕੇ ਆ ਤੇ ਸਰਕਾਰ ਵੀ ਬਣਾ ਚੁੱਕੇ ਆ, ਤੇ ਫਿਰ ਅੱਧ ਵਾਟੇ ਛੱਡ ਕੇ ਆਰਜੇਡੀ ਨੂੰ ਉਹ ਫਿਰ ਐਨਡੀਏ ਦੇ ਵਿੱਚ ਵਾਪਸ ਚਲ ਗਏ ਸੀ। ਸੋ ਜੇ ਦੇਖਣਾ ਹੋਵੇ ਤਾਂ ਜਿਸ ਉਭਾਰ ਚੋਂ ਜਨਤਾ ਦਲ ਯੂਨਾਈਟਿਡ ਆਇਆ, ਇਹਦੇ ਪਿੱਛੇ ਇੱਕ ਲੰਮਾ ਇਤਿਹਾਸ ਹੈ। ਜਾਰਜ ਫਰਨਾਂਡਜ਼ ਤੇ ਇਹਨਾਂ ਦੇ ਹੋਰ ਸੀਨੀਅਰ ਮੋਸਟ ਆਗੂ ਜਿਹੜੇ ਰਹੇ, ਉਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਬਿਹਾਰ ਦੀ ਰਾਜਨੀਤੀ ਨੂੰ ਇਹਨਾਂ ਲੋਕਾਂ ਨੇ ਇੱਕ ਨਵੀਂ ਦਿਸ਼ਾ ਦਿੱਤੀ ਸੀ, ਉਹ ਮੁੜ ਕੇ ਉਹਨਾਂ ਦੇ ਚਰਨਾਂ 'ਚ ਜਾ ਕੇ ਬੈਠਦੇ ਰਹੇ ਜਿਨ੍ਹਾਂ ਨੇ ਏਦਾਂ ਦੀਆਂ ਹੀ ਕੁਝ ਜਿਹੜੀਆਂ ਗੱਠਜੋੜ ਕਰਕੇ ਸਰਕਾਰਾਂ ਬਣਾਈਆਂ, ਜਿਹੜੀਆਂ ਫਿਰ ਲੋਕਾਂ ਦੇ ਵਿਰੋਧ 'ਚ ਕੰਮ ਕਰਦੀਆਂ ਰਹੀਆਂ। ਹੁਣ ਇਹਨੂੰ ਕਿੱਦਾਂ ਦੇਖਿਆ ਜਾਏ? ਇਸ ਰੂਪ 'ਚ ਦੇਖਿਆ ਜਾਏ ਵੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਸਾਰੇ ਦੇਸ਼ ਦੇ ਵਿੱਚ ਇੱਕ ਛਤਰ ਰਾਜ ਕਰਨ ਦਾ ਜਿਹੜਾ ਸੁਪਨਾ ਆ
ਉਹਨੂੰ ਤੋੜਨ ਦੇ ਵਿੱਚ ਇੱਕ ਘਟਨਾ ਵਾਪਰ ਗਈ। ਇਹਨੂੰ ਇਸ ਰੂਪ 'ਚ ਦੇਖਿਆ ਜਾਏ ਜਾਂ ਇਸ ਰੂਪ 'ਚ ਵੀ ਦੇਖਿਆ ਜਾਏ ਵੀ ਸਿਆਸੀ ਕਿਰਦਾਰ ਕਿਸੇ ਦਾ ਨਹੀਂ ਹੈ, ਜਦੋਂ ਲੋੜ ਪੈਂਦੀ ਹੈ ਪਲਟੀ ਮਾਰ ਲਈ ਜਾਂਦੀ ਹੈ। ਰਾਮ ਵਿਲਾਸ ਪਾਸਵਾਨ ਵੀ ਬਿਹਾਰ ਤੋਂ ਹੀ ਸੀ। ਉਹ ਜਿਹੜੀ ਵੀ ਸਰਕਾਰ ਆਉਂਦੀ ਸੀ ਕੇਂਦਰ ਦੇ ਵਿੱਚ ਉਹਦੇ 'ਚ ਮੰਤਰੀ ਹੁੰਦੇ ਸੀ। ਨਿਤੀਸ਼ ਕੁਮਾਰ ਉਹਨਾਂ ਨੂੰ ਥੋੜੇ ਵੱਖਰੇ ਹੈ, ਪਰ ਪੋਲੀਟੀਕਲ ਕਰੈਕਟਰ ਜਿਹੜਾ ਹੈ ਲਗਭਗ ਉਦਾਂ ਦੇ ਦਿਖਾਇਆ ਉਹਨਾਂ ਨੇ। ਜਦੋਂ ਜੀ ਕੀਤਾ ਜਾਂ ਜਦੋਂ ਲੋੜ ਬਣੀ ਤਾਂ ਐਨਡੀਏ ਦੇ ਨਾਲ, ਜਦੋਂ ਲੋੜ ਬਣੀ ਐਨਡੀਏ ਤੋਂ ਪਾਸਾ ਪਰਤ ਕੇ ਫਿਰ ਵੱਖਰੇ ਗੱਠਜੋੜ 'ਚ ਰਾਸ਼ਟਰੀ ਜਨਤਾ ਦਲ ਦੇ ਨਾਲ ਬਿਹਾਰ ਦੇ ਵਿੱਚ ਜਾਂ ਕਾਂਗਰਸ ਦੇ ਨਾਲ। ਹਾਂ, ਇਹ ਜ਼ਰੂਰ ਹੈ ਕਿ ਮਹਾਰਾਸ਼ਟਰ ਦਾ ਜਿਹੜਾ ਐਪੀਸੋਡ ਹੋਇਆ ਉਹਦੇ ਤੋਂ ਜ਼ਰੂਰ ਇੱਕ ਡਰ ਪੈਦਾ ਹੋਇਆ ਨਿਤੀਸ਼ ਕੁਮਾਰ ਦੇ ਮਨ ਦੇ ਵਿੱਚ ਜਾਂ ਜਨਤਾ ਦਲ ਯੂਨਾਈਟਿਡ ਦੇ ਵਿੱਚ ਵੀ ਜਿਵੇਂ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨੂੰ ਤੋੜਿਆ, ਸ਼ਿਵ ਸੈਨਾ ਦੇ ਵਿੱਚ ਤੋਂ ਕਬਜ਼ਾ ਹੀ ਖਤਮ ਲਗਭਗ ਕਰ ਦਿੱਤਾ ਠਾਕਰੇ ਪਰਿਵਾਰ ਦਾ ਭਾਰਤੀ ਜਨਤਾ ਪਾਰਟੀ ਨੇ ਆਪਣੀ ਇੱਕ ਚਾਲ ਦੇ ਨਾਲ। ਉਹੀ ਐਪੀਸੋਡ ਜਿਹੜਾ ਦੁਹਰਾਇਆ ਜਾਣ ਦੀ ਕੋਸ਼ਿਸ਼ ਹੋ ਰਹੀ ਸੀ ਬਿਹਾਰ ਦੇ ਵਿੱਚ, ਜਨਤਾ ਦਲ ਯੂਨਾਈਟਿਡ ਨੂੰ ਤੋੜ ਕੇ ਇਕੱਲੇ ਤੌਰ ਤੇ ਆਪਣੀ ਸਰਕਾਰ ਬਣਾਉਣ ਦਾ ਜਿਹੜਾ ਯਤਨ ਭਾਰਤੀ ਜਨਤਾ ਪਾਰਟੀ ਕਰ ਰਹੀ ਸੀ ਪਿਛਲੇ 3-4 ਮਹੀਨਿਆਂ ਤੋਂ। ਇਸ ਗੱਲ ਨੂੰ ਸਮਝਿਆ ਨਿਤੀਸ਼ ਕੁਮਾਰ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਉਹ ਚਾਲ ਜਿਹੜੀ ਉਹਨੂੰ ਸਫਲ ਨਹੀਂ ਹੋਣ ਦਿੱਤਾ, ਜਿਹਦੇ ਕਰਕੇ ਸਿਆਸੀ ਇੱਕ ਕਲੈਵਰਨੈਸ ਦੇ ਰੂਪ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਨਤਾ ਦਲ ਯੂਨਾਈਟਿਡ ਨੇ ਇਹ ਫੈਸਲਾ ਲਿਆ ਕਿ ਉਹ ਐਨਡੀਏ ਤੋਂ ਬਾਹਰ ਆਏ ਤੇ ਇੱਕੋ ਦਿਨ ਦੇ ਵਿੱਚ ਅਸਤੀਫਾ ਦਿੱਤਾ। ਦੂਜੇ ਦਿਨ ਹੀ ਉਸੇ ਦਿਨ ਜਾ ਕੇ ਜਿਹੜਾ ਹੈ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਤੇ ਲੈਫਟ ਦੇ ਜਿਹੜੇ ਵਿਧਾਇਕ ਆ ਉਹਨਾਂ ਦਾ ਸਮਰਥਨ ਪੱਤਰ ਲੈ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ। ਸੋ ਇਹਦੇ ਦੋਵੇਂ ਪਹਿਲੂ ਜਿਹੜੇ ਆ ਉਹ ਧਿਆਨ 'ਚ ਰੱਖੇ ਜਾਣੇ ਚਾਹੀਦੇ ਆ ਵੀ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਦੀ ਰਾਜਨੀਤੀ ਭਾਰਤ ਦੇ ਵਿੱਚ ਹੈ ਇਸ ਵੇਲੇ, ਇਹਦੇ 'ਚ ਕੁਝ ਵੀ ਸੰਭਵ ਹੈ ਜਿਹੜਾ ਅਸੀਂ ਕਹਿੰਦੇ ਹੁੰਦੇ ਆ, ਉਹਦਾ ਇਹ ਪ੍ਰਮਾਣ ਹੈ ਬਿਹਾਰ ਦੇ ਵਿੱਚ। ਹੁਣ ਜਿਹੜਾ ਤੁਹਾਡਾ ਸਵਾਲ ਹੈ ਕਿ 2024 ਦੇ ਵਿੱਚ ਕੀ ਸਾਰੇ ਦੇਸ਼ ਦੇ ਵਿੱਚ ਏਦਾਂ ਦਾ ਮਾਹੌਲ ਬਣ ਸਕਦਾ ਵੀ ਜਿਵੇਂ ਬਿਹਾਰ ਦੇ ਵਿੱਚ ਹੋਇਆ ਤੇ ਸਾਰੀ ਓਪੋਜੀਸ਼ਨ ਸਾਰੇ ਦੇਸ਼ ਦੇ ਵਿੱਚ ਇਹ ਸੋਚ ਕੇ ਇਕੱਠੀ ਹੋਵੇ ਕਿ ਭਾਰਤੀ ਜਨਤਾ ਪਾਰਟੀ ਹਰ ਜਾਇਜ਼ ਤੇ ਨਜਾਇਜ਼ ਤਰੀਕਾ ਵਰਤ ਕੇ ਵਿਰੋਧੀਆਂ ਨੂੰ ਮਲੀਆ ਵੇਟ ਕਰਨ ਤੇ ਤੁਲੀ ਹੋਈ ਹੈ। ਕਾਂਗਰਸ ਮੁਕਤ ਭਾਰਤ ਕਰਨ ਦਾ ਨਾਅਰਾ ਦੇ ਕੇ ਉਹ ਆਪਣੀਆਂ ਸਹਿਯੋਗੀ ਪਾਰਟੀਆਂ ਜਿਹੜੀਆਂ ਖੇਤਰੀ ਪਾਰਟੀਆਂ, ਸਹਿਯੋਗੀ ਪਾਰਟੀਆਂ ਸੂਬਿਆਂ ਦੇ ਵਿੱਚ, ਉਹਨਾਂ ਨੂੰ ਵੀ ਖਤਮ ਕਰਨ ਤੇ ਤੁਲੀ ਹੋਈ ਹੈ। ਹੌਲੀ ਹੌਲੀ ਜਿੱਦਾਂ ਸਹਿਯੋਗੀ ਜਿਹੜੇ ਆ ਉਹਨਾਂ ਨੂੰ ਖਤਮ ਕਰਦੀ ਜਾਂਦੀ ਹੈ ਭਾਰਤੀ ਜਨਤਾ ਪਾਰਟੀ, ਉਹਦੀਆਂ ਕਈ ਮਿਸਾਲਾਂ ਦੇਸ਼ ਦੇ ਵਿੱਚ ਹੈ। ਵੀ ਇਸ ਗੱਲ ਨੂੰ ਸਮਝਦਿਆਂ ਹੋਇਆ ਜੇ ਐਨਡੀਏ ਦੇ ਖਿਲਾਫ ਇੱਕ ਕੋਈ ਮੋਰਚਾ ਬਣਦਾ ਹੋਵੇ ਤਾਂ ਉਹਦੀ ਸ਼ੁਰੂਆਤ ਦੇ ਤੌਰ ਦੇ ਉੱਤੇ ਦੇਖ ਸਕਦੇ ਆ ਵੀ ਹੁਣ ਨਵੇਂ ਸਿਰੋਂ ਇੱਕ ਬਲ ਜਿਹੜਾ ਆ ਵਿਰੋਧੀਆਂ ਨੂੰ ਜ਼ਰੂਰ ਮਿਲੇਗਾ। ਬਿਹਾਰ ਇਹਦੇ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ, ਪਰ ਇਹਦੇ 'ਚ ਕਲੈਰਿਟੀ ਬੜੀ ਚਾਹੀਦੀ ਹੈ। ਕੱਲ ਨੂੰ ਇਕੱਠਾ ਚੋਣ ਲੜ ਕੇ ਤੁਸੀਂ 2024 ਦੇ ਵਿੱਚ ਤੇ ਜਦੋਂ ਸਰਕਾਰ ਬਣਾਉਣ ਦੀ ਗੱਲ ਆਵੇ ਤੇ ਮੁੜ ਕੇ ਫਿਰ ਛੜੱਪੇ ਮਾਰ ਕੇ ਆਪਣੇ ਸਾਰੇ ਐਮਪੀ ਲੈ ਕੇ ਤੁਸੀਂ ਫਿਰ ਉਸ ਧਿਰ ਨਾਲ ਜਾ ਜੁੜੋ ਤਾਂ ਫਿਰ ਇਹ ਲੋਕਾਂ ਨਾਲ ਧੋਖਾ ਹੁੰਦਾ। ਬਿਹਾਰ ਦੀ ਜਨਤਾ ਨਾਲ ਧੋਖਾ ਕੀਤਾ ਗਿਆ, ਬਾਰ ਧੋਖਾ ਕੀਤਾ ਗਿਆ। ਜਿਹੜੇ ਜਿੱਤੇ ਹੋਏ ਸੀ, ਜਿੱਤਣ ਤੋਂ ਬਾਅਦ ਜਿਸ ਕੰਮ ਲਈ ਜਿਤਾਏ, ਉਹ ਜਿੱਤਣ ਤੋਂ ਬਾਅਦ ਜਿਹੜਾ ਕਿਸੇ ਹੋਰ ਧਿਰ 'ਚ ਜਾ ਕੇ ਬਹਿ ਗਏ। ਇਹ ਬਿਹਾਰ ਦੀ ਜਨਤਾ ਨਾਲ ਵਾਰ-ਵਾਰ ਹੋਇਆ। ਬਿਹਾਰ ਦੀ ਜਨਤਾ ਨੂੰ ਵੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਫਤਵਾ ਜਿਹੜਾ ਆ ਉਹ ਸਮੁੱਚੇ ਰੂਪ ਦੇ ਵਿੱਚ ਦੇਣਾ ਪਏਗਾ ਇੱਕ ਖਾਸ ਧਿਰ ਦੇ ਪੱਖ ਦੇ ਵਿੱਚ। ਨਹੀਂ ਤਾਂ ਇਸੇ ਤਰ੍ਹਾਂ ਬਿਹਾਰ ਦੀ ਜਨਤਾ ਨੂੰ ਲੋਕ ਠੱਗਦੇ ਰਹਿਣਗੇ, ਜਿਵੇਂ ਚਿਰਾਗ ਪਾਸਵਾਨ ਠੱਗਦੇ ਰਹੇ, ਜਿਵੇਂ ਨਿਤੀਸ਼ ਕੁਮਾਰ ਵੀ ਠੱਗਦੇ ਰਹੇ। ਬਿਲਕੁਲ ਦਸਾਂਝ ਸਾਹਿਬ, ਗੱਲ ਤੇ ਤੁਹਾਡੀ ਠੀਕ ਹੈ, ਪਰ ਦੂਜਾ ਪੱਖ ਇਹਦਾ ਇਹ ਆ ਕਿ ਮੈਂ ਕਈ ਵਾਰ ਸੋਚਦਾ ਹੁੰਨਾ ਜੈ ਪ੍ਰਕਾਸ਼ ਨਾਰਾਇਣ ਵਰਗੇ ਇੱਕ ਵਿਅਕਤੀ ਦਾ ਜਿਹਦਾ ਬਹੁਤ ਸਤਿਕਾਰ ਸੀ, ਮਹਾਤਮਾ ਗਾਂਧੀ, ਵਿਨੋਬਾ ਭਾਵੇ, ਜੈ ਪ੍ਰਕਾਸ਼ ਨਾਰਾਇਣ, ਜਦੋਂ ਵੱਡੇ ਵੱਡੇ ਅਸੀਂ ਨਾਂ ਲੈਂਦੇ ਹਾਂ ਤੇ ਅਸੀਂ ਉਹਨਾਂ ਲੋਕਾਂ ਦੇ ਕਿਰਦਾਰ ਦੀ ਗੱਲ ਕਰਦੇ ਹਾਂ ਤੇ ਫਿਰ ਅਸੀਂ ਉਹਨਾਂ ਪ੍ਰਤੀ ਬੜੀ ਰਿਸਪੈਕਟ ਵੀ ਹੈ ਭਾਰਤੀਆਂ ਦੇ ਮਨਾਂ ਵਿੱਚ। ਠੀਕ ਹੈ, ਉਹਨਾਂ ਦੀ ਆਈਡੀਓਲੋਜੀ ਕੋਈ ਹੋ ਸਕਦੀ ਹੈ, ਉਹਦੇ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ, ਪਰ ਇਹਦੇ ਬਾਵਜੂਦ ਉਹ ਇੱਕ ਬੜੇ ਵੱਡੇ ਕਿਰਦਾਰ ਦੇ ਲੋਕ ਸੀਗੇ। ਜ਼ਰੂਰੀ ਨਹੀਂ ਹੁੰਦਾ ਕਿ ਉਹ ਤੁਹਾਡੀ ਸੋਚ ਨਾਲ ਹੀ ਸਾਰਾ ਕੁਝ ਕਰਦੇ ਹੋਣ। ਉਹਨਾਂ ਦੇ ਇੱਕ ਅੰਦੋਲਨ 'ਚੋਂ
ਸੰਪੂਰਨ ਕ੍ਰਾਂਤੀ ਜਾਂ ਸੰਪੂਰਨ ਸਵੈ-ਰਾਜ ਵਾਲੀ ਭਾਵਨਾ ਲੈ ਕੇ ਨਿਕਲੇ ਹੋਏ ਲੋਕ ਇਸ ਹੱਦ ਤੱਕ ਗਰਕ ਜਾਣਗੇ ਕਿ ਉਹਨਾਂ ਦੇ ਉੱਤੇ ਕੋਈ ਭਰੋਸਾ ਹੀ ਨਾ ਰਵੇ। ਤੇ ਅੱਜ ਬੀਜੇਪੀ ਵਰਗੀ ਪਾਰਟੀ, ਭਾਵੇਂ ਕਿ ਕਾਂਗਰਸ ਵੀ, ਹਾਲਾਂਕਿ ਉਹਨਾਂ ਦਾ ਵਿਰੋਧ ਤੇ ਬਹੁਤਾ ਕਾਂਗਰਸ ਨਾਲ ਸ਼ੁਰੂ ਹੋਇਆ, ਜਿੱਦਾਂ ਦਾ ਅੰਨਾ ਹਜ਼ਾਰੇ ਨੂੰ ਵਰਤ ਕੇ ਇਹਨਾਂ ਨੇ ਕਾਂਗਰਸ ਨੂੰ ਡੇਗਿਆ, ਇਸੇ ਤਰ੍ਹਾਂ ਹੀ ਜੈ ਪ੍ਰਕਾਸ਼ ਨਾਰਾਇਣ ਨਾਂ ਦਾ ਜ਼ਿਆਦਾ ਗੁੱਸਾ ਜਿਹੜਾ ਸੀ ਉਹ ਉਸ ਸਮੇਂ ਦੀ ਕਾਂਗਰਸ ਤੇ ਜਿਸ ਤਰੀਕੇ ਦੇ ਉਹਨਾਂ ਦੇ ਤੌਰ ਤਰੀਕੇ ਸੀ ਉਹਨਾਂ ਨਾਲ ਸੀਗਾ। ਪਰ ਅਲਟੀਮੇਟਲੀ ਇਹਨਾਂ ਦਾ ਉਸੇ ਹੀ ਸਮੁੰਦਰ ਦੇ ਖਾਰੇ ਪਾਣੀਆਂ 'ਚ ਗਰਕ ਹੋ ਜਾਣਾ ਜਿਹੜਾ ਆ ਉਹ ਬੜਾ ਦੁਖਦਾਈ ਆ। ਬੜੀਆਂ ਉਮੀਦਾਂ ਹੋਣਗੀਆਂ ਇਹਨਾਂ ਲੋਕਾਂ ਤੋਂ ਸਿਆਸਤ ਭਾਰਤ ਦੀ ਨੂੰ। ਮੈਂ ਸਮਝਦਾ ਜੈ ਪ੍ਰਕਾਸ਼ ਨਾਰਾਇਣ ਇਹਨਾਂ ਨੂੰ ਵੀ ਉਹਨਾਂ ਦੀ ਰੂਹ ਜਿਹੜੀ ਆ ਉਹ ਜ਼ਰੂਰ ਕਿਤੇ ਤੜਫਦੀ ਹੋਏਗੀ ਕਿ ਮੇਰੇ ਚੇਲੇ ਆਖਰਕਾਰ ਗਏ ਕਿੱਧਰ ਨੂੰ। ਤੇ ਹੁਣ ਹੋ ਇਹ ਰਿਹਾ, ਬੀਜੇਪੀ ਕਹਿ ਰਹੀ ਆ ਕਿ ਜਿਹੜਾ ਨਿਤਿਸ਼ ਕੁਮਾਰ ਇਹ ਹਮੇਸ਼ਾ ਲੋਕਾਂ ਨੂੰ ਧੋਖਾ ਦਿੰਦਾ ਆ, ਇੱਕ ਇਤਬਾਰ ਦੇ ਕਾਬਿਲ ਹੀ ਨਹੀਂ ਆ, ਇਹ 'ਤੇ ਇਤਬਾਰ ਨਾ ਕਰਿਓ। ਰਾਬੜੀ ਦੇ ਘਰ ਵੀ ਪਹੁੰਚ ਗਏ ਆ ਬੀਜੇਪੀ ਦੇ ਲੀਡਰ ਕਿ ਤੁਸੀਂ ਇਹ 'ਤੇ ਭਰੋਸਾ ਨਾ ਕਰਿਓ ਜੀ, ਇਹ ਭਰੋਸੇਮੰਦ ਵਿਅਕਤੀ ਨਹੀਂ। ਤੇ ਦੂਜੇ ਪਾਸੇ ਜਿਹੜੇ ਨਿਤਿਸ਼ ਕੁਮਾਰ ਆ ਉਹ ਕਹਿ ਰਿਹਾ ਕਿ ਬੀਜੇਪੀ ਵਾਲੇ ਧੋਖੇਬਾਜ਼ ਆ। ਹੁਣ ਜਨਤਾ ਵਿਚਾਰੀ ਕਿਹਨੂੰ ਕੀ ਸਮਝੇ? ਗੱਲ ਤੇ ਇੱਥੇ ਆ ਕੇ ਖਲੋਂਦੀ ਆ ਕਿ ਇਹਨਾਂ ਸਾਰਿਆਂ ਦਾ ਕਿਰਦਾਰ 19-21 ਦੇ ਫਰਕ ਨਾਲ ਇੱਕੋ ਜਿਹਾ, ਤੇ ਜਿਹੜਿਆਂ ਨਾਲ ਜਾ ਕੇ ਮਿਲ ਬੈਠਣ ਲੱਗੇ ਆ, ਯਾਨੀ ਕਿ ਰਾਬੜੀ ਦੇਵੀ ਦੇ ਪਰਿਵਾਰ ਨਾਲ, ਲਾਲੂ ਦੇ ਪਰਿਵਾਰ ਨਾਲ, ਉਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਸੀਗੀਆਂ ਕਿਤੇ ਨਾ ਕਿਤੇ ਲਾਲੂ ਤੋਂ ਕੇਸ ਹਟਾਉਣ ਵਾਲੀਆਂ, ਦੂਜੀਆਂ ਤੀਜੀਆਂ, ਉਹ ਵੀ ਭਾਵੇਂ ਲੋਕਾਂ ਨੇ ਰਿਸਪੌਂਸ ਦਿੱਤਾ, ਪਿਛਲੀ ਇਲੈਕਸ਼ਨ 'ਚ ਉਹਨਾਂ ਨੂੰ ਚੰਗਾ ਰਿਸਪੌਂਸ ਮਿਲਿਆ। ਕਿਹਾ ਜਾ ਰਿਹਾ ਸੀ ਕਿ ਬਿਹਾਰ ਦੇ ਵਿੱਚ ਸ਼ਾਇਦ ਉਹਨਾਂ ਦਾ ਬੇਟਾ ਇੱਕ ਵਾਰੀ ਫੇਰ ਉਹ ਲਾਲੂ ਵਾਲਾ ਜਿਹੜਾ ਰਾਜ ਭਾਗ ਸੀ ਉਹਨੂੰ ਦੁਹਰਾ ਸਕਦਾ, ਪਰ ਪਹਿਲਾਂ ਤਾਂ ਉਹਨਾਂ ਦੋਵਾਂ ਭਰਾਵਾਂ ਦੀ ਆਪਸੀ ਫੁੱਟ, ਫਿਰ ਕੁਝ ਇੱਕ ਹੋਰ ਸਥਾਨਕ ਕਾਰਨ ਹੋਣਗੇ। ਨਿਤਿਸ਼ ਹੀ ਕਿਸੇ ਨਾ ਕਿਸੇ ਤਰੀਕੇ ਦਾ ਖੇਡ ਗਏ ਸਿਆਸੀ ਦਾ, ਤੇ ਕਹਿੰਦੇ ਸਿਆਸਤ ਤੇ ਯੁੱਧ ਵਿੱਚ ਸਾਰਾ ਕੁਝ ਜਾਇਜ਼ ਹੁੰਦਾ ਪਰ ਅਸੂਲ ਕਿਤੇ ਪਿੱਛੇ ਰਹਿ ਜਾਂਦੇ ਆ। ਇਹ ਤਮਾਸ਼ਾ ਹੀ ਹੈ ਬਈ, ਮਤਲਬ ਵੱਡੀਆਂ ਧਿਰਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਥਾਂ ਦੇ ਉੱਤੇ ਮੁੱਖ ਮੰਤਰੀ ਜਿਹੜਾ ਤੀਜੇ ਨੰਬਰ ਦੀ ਪਾਰਟੀ ਜਿਹੜੀ ਆ ਉਹਦਾ ਬਣੇ। ਮਤਲਬ ਗੱਠਜੋੜ ਕੋਈ ਵੀ ਹੋਵੇ, ਮੁੱਖ ਮੰਤਰੀ ਨਿਤੀਸ਼ ਕੁਮਾਰ, ਸਭ ਤੋਂ ਵੱਡੀ ਪਾਰਟੀ ਬਿਹਾਰ ਦੇ ਵਿੱਚ ਰਾਸ਼ਟਰੀ ਜਨਤਾ ਦਲ, ਦੂਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ, ਤੀਜੇ ਨੰਬਰ ਤੇ ਇਹ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ ਯੂਨਾਈਟਿਡ, ਚੌਥੇ ਤੇ ਕਾਂਗਰਸ, ਤੇ ਤੀਜੇ ਨੰਬਰ ਦੀ ਪਾਰਟੀ ਦਾ ਜਿਹੜਾ ਮੁਖੀ ਹੈ ਉਹ ਉਸ ਗੱਠਜੋੜ ਵੱਲੋਂ ਵੀ ਮੁੱਖ ਮੰਤਰੀ, ਤੇ ਉਸ ਗੱਠਜੋੜ ਚੋਂ ਬਾਹਰ ਆ ਕੇ ਇਸ ਗੱਠਜੋੜ ਵੱਲੋਂ ਵੀ ਮੁੱਖ ਮੰਤਰੀ। ਇਹ ਮਜਬੂਰੀਆਂ ਕਾਹਦੀਆਂ? ਜਾਂ ਤਾਂ ਕਹਿ ਲਓ ਵੀ ਇਹ ਸਾਡੀ, ਮੈਂ ਤਾਂ ਸਮਝਦਾ ਕਿ ਸਾਡੀ ਡੈਮੋਕ੍ਰੇਸੀ ਦੀ ਸ਼ਾਇਦ ਸਭ ਤੋਂ ਵੱਡੀ ਫੇਲਿਅਰ ਇਹ ਹੈ ਵੀ ਇੱਥੇ ਘੱਟ ਗਿਣਤੀ ਲੋਕ ਜਿਹੜੇ ਮੁੱਖ ਮੰਤਰੀ ਵੀ ਬਣ ਜਾਂਦੇ ਆ ਤੇ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਆ। ਦੂਜੀ ਗੱਲ, ਤੁਸੀਂ ਜਿਹੜੇ ਜੈ ਪ੍ਰਕਾਸ਼ ਨਾਰਾਇਣ ਤੋਂ ਲੈ ਕੇ ਜਿਹੜੇ ਸੁਪਨਿਆਂ ਨੂੰ ਲੈ ਕੇ ਕੁਝ ਇੱਕ ਵੱਖਰੀ ਰਾਜਨੀਤੀ ਕਰਨ ਦਾ ਅਹਿਦ ਕੀਤਾ ਸੀ ਉਹਨਾਂ ਲੋਕਾਂ ਨੇ, ਉਹ ਰਾਜਨੀਤੀ ਕਿਵੇਂ ਖੇਰੂ ਖੇਰੂ ਹੋਈ ਹੈ ਕਿ ਲੋਕ ਜਿਹੜੇ ਆ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਇੱਕ ਪਿੱਚ ਤੇ ਲੈ ਕੇ ਆਏ ਵੀ ਨਹੀਂ, ਇਹ ਸਿਸਟਮ ਜਿਹੜਾ ਲੋਕ ਚਲਾ ਰਹੇ ਨੇ ਇਹ ਗਲਤ ਨੇ, ਇਹਨਾਂ ਨੂੰ ਬਦਲ ਕੇ ਜਿਹੜਾ ਆ ਅਸੀਂ ਸੱਚਮੁੱਚ ਲੋਕਾਂ ਦਾ ਰਾਜ ਲੈ ਕੇ ਆਉਣਾ। ਤੇ ਮੁੜ ਕੇ ਹੋਇਆ ਇਹ ਕਿ ਬਾਰੀ ਕਦੇ ਇੱਧਰ ਕਦੇ ਉੱਧਰ ਉਹਨਾਂ ਲੋਕਾਂ ਦੀ ਝੋਲੀ 'ਚ ਜਾ ਕੇ ਪੈ ਗਏ। ਹੁਣ ਤੁਸੀਂ ਬੀਜੇਪੀ ਦਾ ਜ਼ਿਕਰ ਕੀਤਾ ਕਿ ਬੀਜੇਪੀ ਕਹਿੰਦੀ ਹੈ ਨਿਤੀਸ਼ ਕੁਮਾਰ ਤੇ ਯਕੀਨ ਨਾ ਕਰਿਓ। ਇਸੇ ਬੀਜੇਪੀ ਨੇ ਏਦਾਂ ਦੇ ਲੋਕਾਂ ਤੇ ਯਕੀਨ ਕੀਤਾ ਜਿਨ੍ਹਾਂ ਤੇ ਬਹੁਤ ਵੱਡੇ ਕਰਪਸ਼ਨ ਦੇ ਇਲਜ਼ਾਮ, ਤੇ ਉਹਨਾਂ ਨੂੰ ਜਿਹੜਾ ਆ ਯਕੀਨ ਕਰਕੇ ਵੱਖ ਸੂਬਿਆਂ ਦੇ ਵਿੱਚ ਆਪਣੀ ਰਾਜਨੀਤੀ ਜਿਹੜੀ ਆ ਡਿਜ਼ਾਈਨ ਕੀਤੀ, ਚਮਕਾਈ, ਤੇ ਉਹਨਾਂ ਲੋਕਾਂ ਨੂੰ ਮੁੱਖ ਮੰਤਰੀ ਤੱਕ ਵੀ ਬਣਾਇਆ। ਯੂਰਪੀਆ ਦੀ ਜਿਹੜੀ ਸਭ ਤੋਂ ਵੱਡੀ ਮਿਸਾਲ ਸਾਡੇ ਸਾਹਮਣੇ ਹੈ, ਪਾਰਟੀ ਤੋਂ ਬਾਹਰ ਕਰਨ ਦੇ ਬਾਵਜੂਦ ਵੀ ਬਹੁਤ ਕਰੋੜੀ ਘੁਟਾਲਿਆਂ ਵਿੱਚ ਫਸੇ ਹੋਏ ਯੂਰਪੀਆ ਨੂੰ ਦੁਬਾਰਾ ਮੁੱਖ ਮੰਤਰੀ ਤੱਕ ਬਣਾਇਆ ਭਾਰਤੀ ਜਨਤਾ ਪਾਰਟੀ। ਉਹ ਕਹਿ ਰਹੀ ਹੈ ਨਿਤੀਸ਼ ਕੁਮਾਰ ਤੇ ਯਕੀਨ ਨਾ ਕਰੋ। ਨਿਤੀਸ਼ ਕੁਮਾਰ ਹੁਣ ਕਹਿ ਰਹੇ ਨੇ ਕਿ 2013 ਤੋਂ ਲੈ ਕੇ ਹੁਣ ਤੱਕ ਬੀਜੇਪੀ ਨੇ ਸਾਨੂੰ ਧੋਖਾ ਹੀ ਦਿੱਤਾ। ਯਾਨੀ ਇੰਨਾ ਸਮਾਂ ਲੱਗ ਗਿਆ, ਤੁਹਾਨੂੰ 10 ਸਾਲ ਲੱਗ ਗਏ ਤੁਹਾਨੂੰ ਇਹ ਧੋਖੇ ਨੂੰ ਸਮਝਣ ਵਾਸਤੇ, ਤੇ 10 ਸਾਲਾਂ ਦੇ ਵਿੱਚ ਤੁਸੀਂ ਬੀਜੇਪੀ ਨੂੰ ਛੱਡ ਕੇ ਰਾਸ਼ਟਰੀ ਜਨਤਾ ਦਲ ਨਾਲ ਵੀ ਰਹੇ, ਤੇ ਰਾਸ਼ਟਰੀ ਜਨਤਾ ਦਲ ਨੂੰ ਛੱਡ ਕੇ ਫੇਰ ਉਸੇ ਬੀਜੇਪੀ ਦੇ ਨਾਲ ਚਲੇ ਗਏ ਜਿਹਨੂੰ ਤੁਸੀਂ ਕਹਿ ਰਹੇ ਹੋ 2013 ਤੋਂ ਲੈ ਕੇ ਸਾਡੇ ਨਾਲ ਧੋਖਾ ਕੀਤਾ। ਇਹਨਾਂ ਨੇ ਧੋਖੇਬਾਜ਼ਾਂ ਨਾਲ ਫਿਰ ਚਲੇ ਗਏ ਇਹਨਾਂ ਨੂੰ ਛੱਡ ਕੇ, ਜਿੱਥੇ ਤੁਸੀਂ ਰਾਸ਼ਟਰੀ ਜਨਤਾ ਦਲ ਦੇ ਨਾਲ ਗੱਠਜੋੜ ਕਰਕੇ ਬਿਹਾਰ ਦੀ ਜਨਤਾ ਨੇ ਤੁਹਾਨੂੰ ਸਮਰਥਨ ਦਿੱਤਾ। ਰਾਸ਼ਟਰੀ ਜਨਤਾ ਦਲ ਤੇ ਜਨਤਾ ਦਲ ਯੂਨਾਈਟਿਡ ਦੇ ਰੂਪ ਦੇ ਵਿੱਚ ਸਾਂਝੇ ਤੌਰ ਤੇ ਦਿੱਤੇ, ਤੇ ਤੁਸੀਂ ਥੋੜਾ ਸਮਾਂ ਸਰਕਾਰ ਚਲਾ ਕੇ 2-2.5 ਸਾਲ
ਰਾਸ਼ਟਰੀ ਜਨਤਾ ਦਲ ਦੇ ਨਾਲ ਰਲ ਕੇ ਤੇ ਫਿਰ ਚਲੇ ਗਏ ਉਸੇ ਧੋਖੇਬਾਜ਼ ਬੀਜੇਪੀ ਨਾਲ, ਜਿਹਨੂੰ ਅੱਜ ਫਿਰ ਧੋਖੇਬਾਜ਼ ਕਹਿ ਦਿਓ। ਕਿਤੇ ਯਕੀਨ ਕਰੀਏ? ਯਕੀਨ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਤੇ। ਬੀਜੇਪੀ ਦੇ ਕਹੇ ਤੇ ਕੋਈ ਰਾਸ਼ਟਰੀ ਜਨਤਾ ਦਲ ਤੇ ਜਾਂ ਜਨਤਾ ਦਲ ਯੂਨਾਈਟਿਡ ਜਾਂ ਨਿਤੀਸ਼ ਕੁਮਾਰ ਜਾਂ ਤੇਜਸਵੀ ਯਾਦਵ ਤੇ ਯਕੀਨ ਕਰੇ ਨਾ ਕਰੇ, ਲੋਕ ਦੇਖਣਗੇ ਬੀਜੇਪੀ ਦੇ ਕਹੇ ਤੇ ਥੋੜ੍ਹਾ ਕਰਨ, ਜਾਂ ਨਿਤੀਸ਼ ਕੁਮਾਰ ਦੇ ਕਹੇ ਤੇ ਵੀ ਬੀਜੇਪੀ ਦਾ ਧੋਖੇਬਾਜ਼ ਹੈ, ਉਹਦੇ ਕਹੇ ਤੇ ਲੋਕ ਥੋੜ੍ਹਾ ਰਿਐਕਟ ਕਰਨਗੇ। ਲੋਕਾਂ ਨੂੰ ਆਪ ਨੂੰ ਰਿਐਕਟ ਕਰਨਾ ਚਾਹੀਦਾ ਇਹਨਾਂ ਦਾ ਕਿਰਦਾਰ ਦੇਖ ਕੇ, ਵੀ ਇਹਨਾਂ ਦਾ ਕਿਰਦਾਰ ਕੀ ਹੈ। ਇਹੀ ਨਿਤੀਸ਼ ਕੁਮਾਰ ਸੀ ਜਦੋਂ ਇਹਨਾਂ ਨੇ ਰਾਸ਼ਟਰੀ ਜਨਤਾ ਦਲ ਨਾਲੋਂ ਗੱਠਜੋੜ ਤੋੜ ਕੇ ਦੁਬਾਰਾ ਐਨਡੀਏ ਜੁਆਇਨ ਕੀਤੀ, ਤਾਂ ਇਹੀ ਲਾਲੂ ਪ੍ਰਸਾਦ ਯਾਦਵ ਦੇ ਟੱਬਰ ਨੂੰ ਮਹਾ ਕਰਪਟ ਕਹਿ ਕੇ ਗਏ ਸੀ ਵੀ ਇਹ ਤਾਂ ਬਹੁਤ ਕਰਪਟ ਹੈ, ਇਹਨਾਂ ਨਾਲ ਰਹਿ ਕੇ ਸਰਕਾਰ ਨਹੀਂ ਚਲਾਈ ਜਾ ਸਕਦੀ। ਅੱਜ ਉਸ ਮਹਾ ਕਰਪਟ ਪਰਿਵਾਰ ਦੇ ਨਾਲ ਉਹਨਾਂ ਦੇ ਘਰ 'ਚ ਬੈਠ ਕੇ ਤੁਸੀਂ ਇਹ ਫੈਸਲਾ ਕਰ ਲਿਆ ਕਿ ਠੀਕ ਹੈ ਮਹਾ ਗੱਠਜੋੜ ਹੋਏਗਾ ਤੇ ਉਹਦਾ ਮੁਖੀ ਫਿਰ ਨਿਤੀਸ਼ ਕੁਮਾਰ ਹੋਏਗਾ, ਤੇ ਤੁਸੀਂ ਸਮਰਥਨ ਪੱਤਰ ਲੈ ਕੇ ਵੀ ਰਾਜਪਾਲ ਪਹੁੰਚ ਗਏ। ਇਹ ਆ ਤਮਾਸ਼ਾ ਹੈ ਬਿਹਾਰ, ਤਮਾਸ਼ਾ ਹੈ ਜਮਹੂਰੀਅਤ। ਸੋ ਇਸ ਕਰਕੇ ਇਹ ਠੀਕ ਹੈ ਵਕਤੀ ਤੌਰ ਦੇ ਉੱਤੇ ਟੈਂਪਰੇਰੀ ਜਿਹੜੀ ਹੈ, ਜਿਹੜੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਬੜੀਆਂ ਖੁਸ਼ੀ ਜ਼ਾਹਰ ਕਰ ਰਹੀਆਂ। ਮੈਂ ਤਾਂ ਲੈਫਟ ਤੇ ਹੈਰਾਨ ਹੈ, ਉੱਥੇ 16 MLA ਆ ਲੈਫਟ ਦੇ, ਹਾਂਜੀ, ਜਿਹੜੇ CPIML ਦੀ ਤਾਕਤ ਉੱਥੇ ਜ਼ਿਆਦਾ ਆ ਲਿਬਰੇਸ਼ਨ ਵਾਲਿਆਂ ਦੀ, ਤੇ CPI ਵਾਲੇ ਵੀ ਹੈਗੇ ਆ, CPM ਵਾਲੇ ਵੀ ਹੈਗੇ ਆ। ਉਹ ਵੀ ਬੜਾ ਇਨਕਲਾਬ ਜ਼ਿੰਦਾਬਾਦ ਦੀ ਸ਼ਕਲ ਦੇ ਵਿੱਚ ਆਪਣੀ ਬਾਹਾਂ ਉਲਾਰ ਕੇ ਨਿਤੀਸ਼ ਕੁਮਾਰ ਨੂੰ ਸਮਰਥਨ ਪੱਤਰ ਦੇ ਆਏ। ਕੀ ਤੁਸੀਂ ਵੱਖਰੀ ਰਾਜਨੀਤੀ ਕਰ ਰਹੇ ਹੋ? ਉਹਨਾਂ ਲੋਕਾਂ ਨੂੰ ਮੁੜ ਕੇ ਜਿਹੜਾ ਤੁਸੀਂ ਜਿਹੜੇ ਪਰਖੇ ਜਾ ਚੁੱਕੇ ਉਹਨਾਂ ਨੂੰ ਫਿਰ ਤੁਸੀਂ ਸਿਰਫ ਇਸ ਕਰਕੇ ਜਿਹੜੀ ਉਹ ਇੱਕ ਕਮਿਊਨਿਸਟ ਧਿਰਾਂ ਦੀ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਲੱਗਦਾ ਹੈ ਕਿ ਹਿਸਟੋਰੀਕਲ ਬਲੰਡਰ ਵਾਲੀ ਜਿਹੜੀ ਸਿਚੁਏਸ਼ਨ ਰਹੀ ਉਹ ਇਹ ਹੈ ਵੀ ਬੀਜੇਪੀ ਨੂੰ ਦੂਰ ਰੱਖਣ ਦੇ ਨਾਂ ਦੇ ਉੱਤੇ ਕਾਂਗਰਸ ਨਾਲ ਚਲੇ ਜਾਓ। ਉਹੀ ਕੁਝ ਦੁਹਰਾਇਆ ਗਿਆ ਬਿਹਾਰ ਦੇ ਵਿੱਚ। ਕਿਉਂ ਲੋਕ ਇਹਨਾਂ ਤੇ ਵੀ ਕਿਉਂ ਵਿਸ਼ਵਾਸ ਕਰਨਗੇ? ਤੁਸੀਂ ਕੀ ਆਪਣੀ ਵੱਖਰੀ ਰਾਜਨੀਤੀ ਨਹੀਂ ਕਰ ਸਕਦੇ? ਤੁਸੀਂ ਵੱਖਰੀ ਰਾਜਨੀਤੀ ਕਰੋ, ਦੱਸੋ ਲੋਕਾਂ ਨੂੰ ਇਹ ਸਾਰੇ ਲੋਕ ਇੱਕੋ ਜਿਹੇ ਆ। ਤੁਹਾਨੂੰ ਉਹ ਧਿਰ ਚੁਣਨੀ ਚਾਹੀਦੀ ਹੈ ਜਿਹੜੀ ਤੁਹਾਨੂੰ ਵਾਰ-ਵਾਰ ਧੋਖਾ ਨਾ ਦੇਵੇ, ਪਰ ਨਹੀਂ, ਸਾਰੀ ਰਾਜਨੀਤੀ ਇੱਕੋ ਹੋ ਗਈ ਹੈ, ਨਾ ਵੱਖਰੇ ਹੈ। ਕਿਸੇ ਦੇ ਲਾਲ ਝੰਡੇ ਗੁਲਾਬੀ ਪੈਣੇ ਸ਼ੁਰੂ ਹੋ ਗਏ, ਗੁਲਾਬੀ ਤੋਂ ਵੀ ਚਿੱਟੇ ਹੋ ਗਏ ਆ। ਕਿਸੇ ਦੇ ਹਰੇ ਝੰਡੇ ਜਿਹੜੇ ਦੇਖਣ ਨੂੰ ਹਰੇ ਆ ਉਹ ਅੰਦਰੋਂ ਭਗਵਾ ਰੰਗ ਗਈ ਹੈ, ਕਿਸੇ ਦਾ ਤਿਰੰਗਾ ਵੀ ਭਗਵਾ ਅੰਦਰੋਂ। ਸੋ ਇਹ ਸਾਰਾ ਕੁਝ ਇੱਕੋ ਜਿਹਾ ਇਸ ਵੇਲੇ ਦੇਸ਼ ਦੇ ਵਿੱਚ ਚੱਲ ਰਿਹਾ, ਜਿਹੜਾ ਦੁਖਦਾਈ ਹੈ ਜੀ। ਦਸਾਂਝ ਸਾਹਿਬ, ਗੱਲ ਤੇ ਤੁਹਾਡੀ ਠੀਕ ਆ ਕਿ ਆਈਡੀਓਲੋਜੀ ਨੂੰ ਪਰਨਾਏ ਲੋਕ ਜਿਹੜੇ ਆ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਪਰ ਸਾਡੇ ਇਤਿਹਾਸ 'ਚ ਆਪਣੇ ਬੰਗਾਲ ਤੋਂ ਆਉਂਦੇ CPM ਦੇ ਇੱਕ ਵੱਡੇ ਆਗੂ ਸਪੀਕਰ ਬਣਾਏ ਗਏ, ਤੁਹਾਨੂੰ ਯਾਦ ਹੋਣਾ, ਤੇ ਉਹ ਪੂਰੀ ਤਰ੍ਹਾਂ ਹੀ ਕਾਂਗਰਸੀਕਰਨ ਹੋ ਗਿਆ ਉਹਨਾਂ ਦਾ। ਤੇ ਜਿਹੜੀ ਵਿਚਾਰਧਾਰਾ ਸੀ, ਜਿਹੜੀ ਤੁਸੀਂ ਵਿਚਾਰਧਾਰਾ ਦੀ ਆਪਾਂ ਹਮੇਸ਼ਾ ਸ਼ਾਦੀ ਭਰਦੇ ਹਾਂ ਕਿ ਵਿਚਾਰਧਾਰਾ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਕੁਝ ਨਹੀਂ ਹੁੰਦਾ, ਤੇ ਵਿਚਾਰਧਾਰਾ ਤੇ ਕਿਤੇ ਪਿੱਛੇ ਰਹਿ ਜਾਂਦੀ ਹੈ। ਜਦੋਂ ਸੱਤਾ ਵਾਲਾ ਪਾਸਾ ਵੇਖਦੇ ਆ ਕਿ ਫੌਰੀ ਤੌਰ ਤੇ ਸੱਤਾ ਤੇ ਕਾਬਜ਼ ਕਿੱਦਾਂ ਰਿਹਾ ਜਾ ਸਕਦਾ ਜਾਂ ਸੱਤਾ ਤੇ ਪ੍ਰਾਪਤੀ ਕਿੱਦਾਂ ਕੀਤੀ ਜਾ ਸਕਦੀ ਆ, ਤੇ ਉਦੋਂ ਇਹ ਸਾਰੀਆਂ ਗੱਲਾਂ ਫਿਰ ਗੌਣ ਹੋ ਕੇ ਰਹਿ ਜਾਂਦੀਆਂ। ਮੈਨੂੰ ਤਾਂ ਇੱਦਾਂ ਲੱਗਦਾ ਬਾਕੀ ਸਿਆਸੀ ਲੋਕਾਂ ਦੇ, ਮੈਨੂੰ ਨਹੀਂ ਲੱਗਦਾ ਕੋਈ ਕਿ ਹੁਣ ਉਹ ਸੁਪਨੇ ਰਹਿ ਗਏ ਕਿ ਮੁਲਕ ਜਿਹੜਾ ਆ ਉਹ ਮੁਲਕ ਬਣਾਉਣਾ ਆ, ਸੋਨੇ ਦੀ ਚਿੜੀ ਬਣਾਉਣਾ, ਜਾਂ ਫਿਰ ਜਿਹੜੀਆਂ ਕਮਿਊਨਿਸਟ ਧਿਰਾਂ ਜਾਂ ਪ੍ਰੋਗਰੈਸ ਧਿਰਾਂ ਨੇ ਉਹਨਾਂ ਦਾ ਅੰਤਮ ਨਿਸ਼ਾਨਾ ਹੁਣ ਕੋਈ ਇਨਕਲਾਬ ਰਹਿ ਗਿਆ ਹੋਵੇ। ਹੁਣ ਤਾਂ ਨਿਸ਼ਾਨਾ ਮੈਨੂੰ ਲੱਗਦਾ ਹੈ ਕਿ ਨੇੜੇ ਕੁਰਸੀ ਕਿੱਦਾਂ ਆਉਂਦੀ ਆ, ਉਹਦੇ ਤੇ ਕਿੱਦਾਂ ਪਹੁੰਚਿਆ ਜਾਵੇ, ਇਹੋ ਇੱਕੋ ਇੱਕ ਨਿਸ਼ਾਨਾ ਸਾਰਿਆਂ ਦਾ ਲੱਗਦਾ ਮੈਨੂੰ ਤਾਂ। ਦੇਖੋ ਫਿਰ ਇਸੇ ਕਰਕੇ ਤਾਂ ਫਿਰ ਰਿਹਾ ਨਹੀਂ ਨਾ ਕੁਝ ਵੀ। ਜਦੋਂ ਤੁਸੀਂ ਮਤਲਬ ਇੱਕ ਛੋਟੇ ਜਿਹੇ ਅਹੁਦੇ ਲਈ ਜਦੋਂ ਬੈਸਟ ਪਾਰਲੀਮੈਂਟਰੀ ਮੈਨ ਦਾ ਜਿਹੜਾ ਉਹਨਾਂ ਨੂੰ ਅਵਾਰਡ ਮਿਲਿਆ ਸੀ, ਸੋਮਨਾਥ ਚੈਟਰਜੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਤੇ ਜਦੋਂ ਲੋਕ ਸਭਾ ਦੇ ਸਪੀਕਰ ਬਣਾਏ ਗਏ ਤੇ ਉਹੀ ਸਮਾਂ ਸੀ ਜਦੋਂ ਭਾਰਤ ਦੇ ਗ੍ਰਹਿ ਮੰਤਰੀ ਜਿਹੜੇ ਆ ਉਹ CPI ਦੇ ਵੱਡੇ ਲੀਡਰ ਜਿਹੜੇ ਬਣਾਏ ਗਏ, ਨਾਮ ਮੇਰੇ ਜ਼ਿਹਨ ਚੋਂ ਜਿਹੜਾ ਇੱਧਰ ਉੱਧਰ ਹੋ ਰਿਹਾ ਆ ਜਾਣਾ ਯਾਦ ਮੈਨੂੰ ਗੱਲ ਕਰਦੇ ਕਰਦੇ ਨੂੰ, ਤੇ ਇੰਦਰਜੀਤ ਗੁਪਤ ਉਹ ਭਾਰਤ ਦੇ ਹੋਮ ਮਿਨਿਸਟਰ ਬਣਾਏ ਗਏ। ਇਸ ਗੱਲ ਨੂੰ ਸਾਡੀਆਂ ਜਿਹੜੀਆਂ ਖੱਬੀਆਂ ਧਿਰਾਂ ਉਹਨਾਂ ਨੇ ਬਹੁਤ ਵੱਡੀ ਪ੍ਰਾਪਤੀ ਮੰਨ ਲਿਆ। ਮਨ ਦੇ ਵਿੱਚ ਇੱਕ ਰੰਜ ਵੀ ਸੀ, ਸਾਡਾ ਬੰਦਾ ਤਾਂ ਪ੍ਰਧਾਨ ਮੰਤਰੀ ਬਣਾਉਣ ਨੂੰ ਫਿਰਦੇ ਸੀ, ਅਸੀਂ ਨਾ ਕਰਦੇ। ਜਿਨ੍ਹਾਂ ਨੇ ਨਾ ਕੀਤੀ ਸੀ ਪ੍ਰਧਾਨ ਮੰਤਰੀ ਬਣਾਉਣ ਨੂੰ CPM ਨੇ, ਬਕਾਇਦਾ ਜਿਹਦੇ ਤੇ ਵੋਟਿੰਗ ਹੋਈ, ਜਿਨ੍ਹਾਂ ਨੇ ਨਾ ਕੀਤੀ ਸੀ ਵੀ ਨਹੀਂ, ਜਿਨ੍ਹਾਂ ਨੇ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਦਿਆਂ ਰੋਕਤਾ, ਉਹ ਸਪੀਕਰ ਤੇ ਆ ਗਏ। ਸਪੀਕਰ ਮੰਨ ਲਿਆ, ਬਾਅਦ 'ਚ ਅਗਲੀ ਟਰਮ ਦੇ ਵਿੱਚ ਸਪੀਕਰ ਮੰਨ ਲਿਆ ਵੀ ਸਪੀਕਰ ਸਾਡਾ
ਤੇ ਗ੍ਰਹਿ ਮੰਤਰੀ ਮੰਨ ਲਿਆ ਸੀਪੀਆਈ ਨੇ ਵੀ ਸਾਡਾ। ਉਸ ਤੁਸੀਂ ਸਮੇਂ ਦੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਕੱਢ ਲਓ, ਜਦੋਂ ਭਾਰਤ ਦੇ ਗ੍ਰਹਿ ਮੰਤਰੀ ਇੰਦਰਜੀਤ ਗੁਪਤ ਸੀ, ਚਲੋ ਸਪੀਕਰ ਸਾਹਿਬ ਦੇ ਤਾਂ ਸਰਕਾਰ ਦੇ ਵਿੱਚ ਦਖਲ ਕੀ ਦੇਣਾ ਹੁੰਦਾ, ਉਹਨਾਂ ਨੇ ਤਾਂ ਸਦਨ ਨਹੀਂ ਚਲਾਉਣੀ ਹੁੰਦਾ। ਤੁਸੀਂ ਉਹ 'ਚ ਦੇਖ ਲਓ ਕਿੰਨਾ ਕੁ ਭਾਰਤੀ ਆਵਾਮ ਦਾ ਫਾਇਦਾ ਹੋਇਆ, ਲਾਭ ਹੋਇਆ। ਉਸੇ ਤਰ੍ਹਾਂ ਸਾਰਾ ਕੁਝ ਸਿਸਟਮ ਚੱਲਦਾ ਰਿਹਾ, ਰਨ ਹੁੰਦਾ ਰਿਹਾ, ਕੋਈ ਤਬਦੀਲੀ ਨਹੀਂ ਆਈ। ਮੇਰਾ ਮੰਨਣਾ ਇਹ ਹੈ ਕਿ ਇਹੀ ਜਿਹੜਾ ਕੁਰਾਹਾ ਜਿਹਨੂੰ ਕਹਿੰਦੇ ਆ ਨਾ, ਇਸ ਕੁਰਾਹੇ ਨੇ ਖੱਬੀਆਂ ਧਿਰਾਂ ਨੂੰ ਆਊਟ ਆਫ ਸੀਨ ਕਰ ਦਿੱਤਾ। ਭਾਰਤ ਦੀ ਰਾਜਨੀਤੀ ਦੇ ਵਿੱਚੋਂ ਗੈਰ ਪ੍ਰਸੰਗਕ ਕਰਨਾ ਸ਼ੁਰੂ ਹੋ ਗਏ ਖੱਬੀਆਂ ਧਿਰਾਂ। ਉਦੋਂ ਸ਼ੁਰੂਆਤ ਹੁੰਦੀ ਹੈ, ਉਦੋਂ ਤੋਂ ਪਿਛਲਖੁਰੀ ਜਾਣ ਲੱਗ ਪਿਆ ਸਾਰਾ ਕੁਝ। ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਗਿਆ ਕਿ 34 ਸਾਲ ਦੀ ਹੁਕੂਮਤ ਖੱਬੀ ਧਿਰ ਦੀ ਜਿਹੜੀ ਉਹ ਸਦਾ ਲਈ ਵਿਦਾ ਹੋ ਗਈ ਪੱਛਮੀ ਬੰਗਾਲ ਤੋਂ। ਉਸ ਤੋਂ ਬਾਅਦ ਹੀ ਜਿਹੜਾ ਛੋਟਾ ਜਿਹਾ ਸੂਬਾ ਤ੍ਰਿਪੁਰਾ ਜਿਹੜਾ ਹੈ, ਜਿੱਥੇ ਲਗਾਤਾਰ ਜਿਹੜੀ ਖੱਬੀ ਧਿਰ ਜਿਹੜੀ ਰਹਿੰਦੀ ਸੀ, ਉਹ ਖੱਬੀ ਧਿਰ ਦਾ ਨਾਮੋ ਨਿਸ਼ਾਨ ਉੱਥੇ ਮਿਟ ਗਿਆ। ਕੇਰਲਾ ਦੇ ਲੋਕ ਕਿਸੇ ਹੋਰ ਤਰੀਕੇ ਨਾਲ ਰਿਐਕਟ ਕਰਦੇ ਆ। ਕੇਰਲਾ ਦੇ ਵਿੱਚ ਕੁਝ ਹੋਰ ਤਰ੍ਹਾਂ ਦੀ ਰਾਜਨੀਤੀ ਹੈ। ਕੇਰਲਾ ਦੀ ਰਾਜਨੀਤੀ ਪੱਛਮੀ ਬੰਗਾਲ ਨਾਲੋਂ ਬਿਲਕੁਲ ਵੱਖਰੀ ਹੈ। ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਹ ਇੱਕ ਬੀ ਟੀਮ ਬਣ ਕੇ ਚੱਲਦੀ ਸੀ, ਲੈਫਟ ਦੇ ਨਾਲ ਸਹਿਯੋਗੀ ਸੀ ਇੱਕ ਕਿਸਮ ਦੀ। ਇਹਦੇ ਤੋਂ ਹੀ ਇੱਕ ਗੁੱਸਾ ਖਾ ਕੇ ਤੇ ਦੁਖੀ ਹੋ ਕੇ ਮਮਤਾ ਬੈਨਰਜੀ ਨੇ ਵੱਖਰਾ ਰਸਤਾ ਅਖਤਿਆਰ ਕੀਤਾ। ਮਮਤਾ ਬੈਨਰਜੀ ਕਾਂਗਰਸ ਦੀ ਉਹ ਲੀਡਰ ਸੀ, ਜਦੋਂ ਉਹਨੇ ਇਹ ਦੇਖਿਆ ਵੀ ਇਹ ਜਿੱਥੇ ਲੈਫਟ ਦੇ ਨਾਲ ਰਲ ਕੇ ਚੱਲੀ ਜਾਂਦੀ ਕਾਂਗਰਸ, ਤੇ ਉਹਨੇ ਫਿਰ ਆਪਣੀ ਵੱਖਰੀ ਰਾਜਨੀਤੀ ਸ਼ੁਰੂ ਕੀਤੀ, ਜਿਹੜਾ ਉਹ ਕਾਂਗਰਸ ਬਣਾ ਕੇ, ਤੇ ਉਹਦੇ ਸਿੱਟੇ ਜਿਹੜੇ ਉਹਦੇ ਲਈ ਪੋਜ਼ਿਟਿਵ ਵੀ ਨਿਕਲੇ। ਕੇਰਲਾ 'ਚ ਏਦਾਂ ਨਹੀਂ ਹੈ। ਕੇਰਲਾ ਦੇ ਵਿੱਚ ਕਾਂਗਰਸ ਤੇ ਲੈਫਟ ਜਿਹੜੀ ਹੈ ਉਹ ਬਰਾਬਰ ਦੀਆਂ ਧਿਰਾਂ, 1.5% ਦਾ ਫਰਕ ਰਹਿੰਦਾ ਹੈ। ਇਸ ਕਰਕੇ ਕੇਰਲਾ 'ਚ ਵਰਗ ਸਹਿਯੋਗ ਨਹੀਂ ਹੋ ਸਕਿਆ। ਪੱਛਮੀ ਬੰਗਾਲ 'ਚ ਵਰਗ ਸਹਿਯੋਗ ਦੀ ਜਿਹੜੀ ਰਾਜਨੀਤੀ ਕੱਢੀ ਸੀਪੀਐਮ ਨੇ, ਉਹਦੇ ਨਤੀਜੇ ਭੁਗਤ ਲਏ। ਕੇਰਲਾ 'ਚ ਇਸ ਕਰਕੇ ਬਾਰ-ਬਾਰ ਜਿਹੜੀ ਆ ਕਦੀ UDF ਤੇ ਕਦੇ LDF, ਇਹ ਬਦਲ ਕੇ ਆਉਂਦੇ ਰਹੇ 1.5% ਦੇ ਫਰਕ ਦੇ ਨਾਲ। ਐਤਕੀ ਮੈਡੀਕਲ ਹੋਇਆ ਕਿ ਦੂਜੀ ਵਾਰ ਲੈਫਟ ਜਿਹੜਾ ਆ ਦੁਬਾਰਾ ਜਿਹੜਾ ਆ ਗਿਆ ਕੇਰਲਾ ਦੇ ਵਿੱਚ। ਇਸ ਕਰਕੇ ਕੇਰਲਾ ਦੀ ਖੱਬੀ ਰਾਜਨੀਤੀ ਬਾਕੀ ਦੇਸ਼ ਦੀ ਖੱਬੀ ਰਾਜਨੀਤੀ ਨੂੰ ਥੋੜੀ ਵੱਖਰੀ ਰਹੀ, ਇਸ ਕਰਕੇ ਉਹ ਬਚ ਗਏ। ਨਹੀਂ ਤਾਂ ਜਿੱਦਾਂ ਤ੍ਰਿਪੁਰਾ ਤੇ ਪੱਛਮੀ ਬੰਗਾਲ ਡੁੱਬਿਆ, ਏਦਾਂ ਉਹ ਵੀ ਡੁੱਬ ਜਾਂਦਾ ਜੇ ਉੱਥੇ ਵੀ ਪ੍ਰਮੁੱਖ ਧਿਰ ਜਿਹੜੀ ਆ ਉਹ ਕਾਂਗਰਸ ਨਾ ਹੁੰਦੀ ਲੈਫਟ ਦੇ ਮੁਕਾਬਲੇ। ਇਹ ਕਾਰਕ ਉੱਥੇ ਕੰਮ ਕਰਦਾ ਹੈ। ਓਵਰਆਲ ਗੈਰ ਪ੍ਰਸੰਗਕ ਹੋਈ ਲੈਫਟ ਜਿਹੜੀ, ਉਹਦੇ ਕਾਰਨ ਇਹੀ ਹੈ ਵੀ ਵਰਗ ਸੰਘਰਸ਼ ਛੱਡ ਕੇ ਇਹਨਾਂ ਨੇ ਵਰਗ ਸਹਿਯੋਗ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨ ਸਾਹਿਬ, ਇੱਕ ਹੀ ਮੁਲਕ ਹੈ ਤੇ ਉਹਦੀਆਂ ਵੱਖ-ਵੱਖ ਸਟੇਟਾਂ ਦੇ ਲੋਕ ਵੱਖ-ਵੱਖ ਤਰੀਕੇ ਨਾਲ ਰਿਐਕਟ ਕਰਦੇ ਆ, ਰਾਜਨੀਤੀ ਵਿੱਚ ਵੀ ਤੇ ਜਿਹੜੇ ਅੰਦੋਲਨ ਹੁੰਦੇ ਉਹਨਾਂ ਵਿੱਚ ਵੀ। ਪੰਜਾਬੀਆਂ ਬਾਰੇ ਵੀ ਕਿਹਾ ਜਾਂਦਾ ਹਮੇਸ਼ਾ ਕਿ ਇਹ ਕਦੀ ਵੀ ਮੇਨ ਸਟ੍ਰੀਮ ਦਾ ਹਿੱਸਾ ਨਹੀਂ ਰਹੇ। ਜੇ ਬੀਜੇਪੀ ਆ ਤੇ ਅਸੀਂ ਉਹਦੇ ਵਿਰੋਧ 'ਚ ਖੜੇ ਆ, ਜੇ ਕਾਂਗਰਸ ਆ ਤੇ ਫਿਰ ਉਹਦੇ ਵਿਰੋਧ 'ਚ ਆ ਜਾਂਦੇ ਆ। ਤੇ ਹੁਣ ਤੇ ਇੱਕ ਨਵੀਂ ਤੀਜੀ ਧਿਰ ਆਪਾਂ ਲੈ ਕੇ ਅੱਗੇ ਆ ਗਏ। ਪੰਜਾਬੀਆਂ ਦਾ ਹਮੇਸ਼ਾ ਕਿਰਦਾਰ ਅਲੱਗ ਤਰ੍ਹਾਂ ਦਾ ਰਿਹਾ, ਭਾਵੇਂ ਉਹ ਸੜਕ ਤੇ ਨਾਅਰੇਬਾਜ਼ੀ ਦਾ ਹੋਵੇ ਤੇ ਭਾਵੇਂ ਅਸੈਂਬਲੀ ਹੋਵੇ, ਭਾਵੇਂ ਲੋਕ ਸਭਾ ਹੋਵੇ। ਇਸੇ ਤਰ੍ਹਾਂ ਹੀ ਕੀ ਕਾਰਨ ਆ ਕਿ ਕੇਰਲਾ ਦੀ ਰਾਜਨੀਤੀ ਨੂੰ ਅਸੀਂ ਪੰਜਾਬ ਵਾਲੇ, ਹਰਿਆਣੇ ਵਾਲੇ, ਦੂਜੇ ਲੋਕ ਕਿਉਂ ਨਹੀਂ ਸਮਝ ਪਾਉਂਦੇ? ਕੋਈ ਬਹੁਤ ਦੂਰ ਕਿਤੇ ਸਮੁੰਦਰੋਂ ਪਾਰ ਦੀ ਰਾਜਨੀਤੀ ਥੋੜ੍ਹੀ ਆ। ਜੇ ਉੱਥੇ ਪੈਰ ਟਿਕਾ ਕੇ ਰੱਖੇ ਜਾ ਸਕਦੇ ਆ ਤੇ ਅਸੂਲ ਆਧਾਰਿਤ ਰਾਜਨੀਤੀ ਕੀਤੀ ਜਾ ਸਕਦੀ ਆ, ਤੇ ਬਾਕੀ ਭਾਰਤ 'ਚ ਉਹਦੀ ਪੈੜ ਕਿਉਂ ਨਹੀਂ ਛੱਡੀ ਜਾਂਦੀ? ਉਹ ਕਿਉਂ ਨਹੀਂ ਲੋਕ ਸੋਚਦੇ ਕਿ ਜੇ ਕੇਰਲਾ 'ਚ ਪੋਸੀਬਲ ਆ ਤੇ ਸਾਡੇ ਨਾਲ ਲੱਗੇ ਸਟੇਟ 'ਚ ਹੀ ਹੋ ਜੇ, ਫਿਰ ਅੱਗੇ ਅੱਗੇ ਵਧੇ। ਆਪਾਂ ਉਮੀਦਾਂ ਤੇ ਇਹੋ ਪਾਲ ਕੇ ਬਹਿੰਦੇ ਆ ਨਾ। ਜੇ ਆਪਾਂ ਕੇਰਲਾ ਨੂੰ ਅੱਜ ਆਈਡੀਅਲ ਸਟੇਟ ਮੰਨਦੇ ਆ, ਪੜ੍ਹਾਈ ਲਿਖਾਈ ਦੇ ਪੱਖੋਂ ਵੀ, ਹੋਰ ਚੀਜ਼ਾਂ ਦੇ ਪੱਖੋਂ ਵੀ, ਤੇ ਫਿਰ ਕੀ ਕਾਰਨ ਆ ਕਿ ਉੱਥੋਂ ਸਾਨੂੰ ਕੋਈ ਸੇਧ ਕਿਉਂ ਨਹੀਂ ਮਿਲਦੀ? ਦੇਖੋ, ਗੱਲ ਇਹ ਹੁੰਦੀ ਹੈ ਕਿ ਉਹ ਕੋਈ ਇੱਕ ਵੱਖਰੀ ਖੇਤਰੀ ਪਾਰਟੀ ਦੇ ਤੌਰ ਤੇ ਬਿਹੇਵ ਨਹੀਂ ਕਰਦੀ। ਉੱਥੇ ਦੀ ਲੈਫਟ ਜਿਹੜੀ ਆ ਉਹ ਆਪਣੇ ਆਪ ਨੂੰ ਤਸੱਵਰ ਜਾਂ ਕਹਿ ਲਓ ਵੀ ਪੇਸ਼ ਤਾਂ ਏਦਾਂ ਕਰਦੇ ਵੀ ਕੌਮੀ ਪਾਰਟੀ ਹੈ। ਭਾਵੇਂ 3 ਸੂਬਿਆਂ ਦੇ ਵਿੱਚ ਲੈਫਟ ਦੀ ਜਿਹੜੀ ਭੂਮਿਕਾ ਬੜੀ ਸਪਸ਼ਟ ਤੇ ਬੜੀ ਸਾਫ਼ ਰਹੀ ਲੰਮਾ ਸਮਾਂ। ਬਾਅਦ ਵਿੱਚ ਵਿਗਾੜ ਜਿਹੜੇ ਪੈਦਾ ਹੋਏ ਵੱਖਰੀ ਗੱਲ ਹੈ, ਪਰ ਫਿਰ ਵੀ ਇੱਕ ਉਹਨਾਂ ਦੀ ਇੱਕ ਅਨੁਸ਼ਾਸਨ ਹੈ, ਕੇਂਦਰੀ ਕਮੇਟੀ ਹੈ। ਕੇਂਦਰੀ ਕਮੇਟੀ ਦੇ ਵਿੱਚ ਆਲ ਇੰਡੀਆ ਜਨਰਲ ਸੈਕਟਰੀ ਜਿਹੜਾ ਸਭ ਤੋਂ ਜ਼ਿਆਦਾ ਤਾਕਤਵਰ ਹੁੰਦਾ ਕਿਸੇ ਕਮਿਊਨਿਸਟ ਪਾਰਟੀ ਦੇ ਵਿੱਚ, ਉਹਦੀ ਜਿਸ ਤਰ੍ਹਾਂ ਦੀ ਪੋਜੀਸ਼ਨ ਰਹਿੰਦੀ ਹੈ ਜਾਂ ਪਾਰਟੀ ਜਿਸ ਤਰ੍ਹਾਂ ਦੇ ਫੈਸਲੇ ਕਰਦੀ ਹੈ, ਉਹਦਾ ਅਸਰ ਜਿਹੜਾ ਆ ਸਾਰੇ ਦੇਸ਼ ਦੀ ਉਹਨਾਂ ਦੀ ਜਿਹੜੀ ਰਾਜਨੀਤੀ ਉਹਦੇ ਤੇ ਪੈਂਦਾ ਹੈ। ਕੋਈ ਸੂਬਾ ਉਹਦੇ ਤੋਂ ਬਚ ਜਾਂਦਾ, ਉਹ ਬਚਦਾ ਇਸ ਕਰਕੇ ਹੈ ਕਿਉਂਕਿ ਜੋ ਕੁਝ ਕਰਨਾ ਚਾਹੁੰਦੀ ਹੈ ਕੇਂਦਰੀ ਟੀਮ ਜਿਹੜੀ ਹੈ, ਉਹ ਬਾਕੀ ਸੂਬਿਆਂ ਦੇ ਵਿੱਚ ਪੋਸੀਬਲ ਇਸ ਕਰਕੇ ਹੈ ਕਿ ਉੱਥੇ ਉਹਨਾਂ ਦੀ ਕੋਈ ਬਹੁਤੀ ਤਾਕਤ ਹੀ ਨਹੀਂ ਹੈ। ਜਿੱਥੇ ਤਾਕਤ ਸੀਗੀ
ਉੱਥੇ ਉਹ ਉਹਨਾਂ ਦੇ ਸਹਿਯੋਗੀ ਬਣ ਕੇ ਕੰਮ ਕਰਦੇ ਰਹੇ, ਜਿੱਦਾਂ ਮੈਂ ਪੱਛਮੀ ਬੰਗਾਲ ਦਾ ਜ਼ਿਕਰ ਕੀਤਾ। ਹਾਂਜੀ ਕੇਰਲਾ ਦੇ ਵਿੱਚ ਜਿਹੜਾ ਉਹ ਸਥਿਤੀ ਹੋਇਆ ਨਹੀਂ ਸੀ, ਕੇਰਲਾ ਦੇ ਵਿੱਚ ਮੁੱਖ ਟੱਕਰ ਹੀ ਉਹਨਾਂ ਦੇ ਨਾਲ ਸੀ, ਜਿਨ੍ਹਾਂ ਨਾਲ ਤੁਸੀਂ ਸਹਿਯੋਗ ਕਰਨ ਦੀਆਂ ਗੱਲਾਂ ਕਰਦੇ ਸੀ ਕੇਂਦਰੀ ਕਮੇਟੀ ਵਾਲੇ ਜਾਂ ਆਲ ਇੰਡੀਆ ਜਨਰਲ ਸੈਕਟਰੀ ਜਿਹੜੇ ਹੈ। ਜਦਕਿ 1995 ਦੇ ਵਿੱਚ ਜਿਹਦੇ ਵਿੱਚ ਮੈਂ ਹਾਜ਼ਰ ਸੀ, ਉਸ ਕਾਨਫਰੰਸ ਨੂੰ ਰਿਪੋਰਟ ਮੈਂ ਕਰਨ ਵਾਸਤੇ ਨਵੇਂ ਜ਼ਮਾਨੇ ਤੋਂ ਆਇਆ ਸੀ, ਨਵੇਂ ਜ਼ਮਾਨੇ ਦੀ ਸਬਸਿਡੀ ਸੀ। ਉਦੋਂ ਮੈਂ ਕੇਰਲਾ ਦੇ ਚੰਡੀਗੜ੍ਹ ਦੇ ਵਿੱਚ 15ਵੀਂ ਕਾਂਗਰਸ ਜਿਹੜੀ ਹੋਈ CPIM ਦੀ, ਜਿਸ ਕਾਨਫਰੰਸ ਦੇ ਵਿੱਚ ਨਮੂਦਰੀਪਾਲ ਨੂੰ ਜਿਹੜਾ ਰਿਟਾਇਰ ਕੀਤਾ ਗਿਆ ਤੇ ਹਰਕ੍ਰਿਸ਼ਨ ਸੁਰਜੀਤ ਨੂੰ ਜਨਰਲ ਸੈਕਟਰੀ ਜਿਹੜਾ ਲਿਆਂਦਾ ਗਿਆ, ਉਸ ਕਾਂਗਰਸ ਦਾ ਤੁਸੀਂ ਖਰੜਾ ਕਢਾ ਕੇ ਪੜ੍ਹ ਲਓ, ਜਿਹੜਾ ਪਾਰਟੀ ਪ੍ਰੋਗਰਾਮ ਪਾਸ ਹੋਇਆ ਉਹਦੇ 'ਚ ਸਾਫ਼ ਤੌਰ ਤੇ ਦਰਜ ਹੈ ਕਿ ਅਸੀਂ CPM ਵਾਲਿਆਂ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੂੰ ਬਰਾਬਰ ਦੀ ਦੁਸ਼ਮਣ ਮੰਨਦੇ ਆ, ਇਹਨਾਂ ਤੋਂ ਬਰਾਬਰ ਦੀ ਦੂਰੀ ਰੱਖ ਕੇ ਚੱਲਣਾ। ਪ੍ਰੋਗਰਾਮ 'ਚ ਇਹ ਲਿਖਿਆ ਗਿਆ, ਪਰ ਇਨ ਪ੍ਰੈਕਟਿਸ ਜਿਹੜਾ ਹੋ ਗਿਆ ਉਲਟ, ਕਾਂਗਰਸ ਨਾਲ ਸਹਿਯੋਗ ਕੀਤਾ ਗਿਆ, BJP ਨੂੰ ਦੂਰ ਰੱਖਣ ਦੇ ਨਾਂ ਦੇ ਉੱਤੇ, ਤੇ ਉਹਦੇ ਸਿੱਟੇ ਅੱਜ ਅਸੀਂ ਭੁਗਤ ਰਹੇ ਹਾਂ। ਕਿਸੇ ਇੱਕ ਸੂਬੇ ਦੇ ਵਿੱਚ ਉਹ ਵੱਖਰੇ ਤਰੀਕੇ ਨਾਲ ਰਿਐਕਟ ਇਸ ਕਰਕੇ ਹੋਇਆ ਕਿਉਂਕਿ ਜਿਹਦੇ ਨਾਲ ਸਹਿਯੋਗ ਕਰਨ ਦੀ ਗੱਲ ਕੀਤੀ ਗਈ ਅਮਲੀ ਰੂਪ ਦੇ ਵਿੱਚ, ਉੱਥੇ ਲੜਾਈ ਮੁੱਖ ਤੌਰ ਦੇ ਉੱਤੇ ਉਹਦੇ ਨਾਲ ਸੀ, ਇਸ ਕਰਕੇ ਕੇਰਲਾ ਬਚ ਗਿਆ। ਬਾਕੀ ਆਈਡੀਅਲ ਸਟੇਟ ਦੀ ਜਿਹੜੀ ਤੁਸੀਂ ਗੱਲ ਕਰਦੇ ਆ, ਉਹ ਇਹ ਜ਼ਰੂਰ ਹੈ ਕਿ ਉਹਦਾ ਅਸਰ ਤਾਂ ਪੈਂਦਾ, ਪਰ ਉਹਦਾ ਅਸਰ ਵਾਜਵੇ ਰੂਪ 'ਚ ਇਸ ਕਰਕੇ ਨਹੀਂ ਪੈਂਦਾ ਕਿਉਂਕਿ ਉਹ ਸੂਬੇ 'ਚ ਜੋ ਕਰ ਰਹੇ ਹੁੰਦੇ ਆ ਉਹਨੂੰ ਪ੍ਰਚਾਰਨ ਵਾਸਤੇ ਜਿਹੜੀ ਕੇਂਦਰੀ ਟੀਮ ਜਿਹੜੀ ਹੈ ਜਾਂ ਜਿਹੜੀ ਡਿਊਟੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ, ਉਹ ਹੋਰ ਬਾਕੀ ਸੂਬਿਆਂ ਦੇ ਵਿੱਚ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰ ਰਹੀ ਹੁੰਦੀ, ਉਹ ਕਿਸੇ ਹੋਰ ਕਿਸਮ ਦੀ ਰਾਜਨੀਤੀ ਕਰ ਰਹੀ ਹੁੰਦੀ ਹੈ। ਪੰਜਾਬ ਦੇ ਵਿੱਚ ਵੀ ਇਹੀ ਕੁਝ ਹੋਇਆ। ਪੰਜਾਬ ਦੇ ਵਿੱਚ ਵੀ ਕਈ ਵਾਰ ਜਿਹੜੀਆਂ ਕਮਿਊਨਿਸਟ ਧਿਰਾਂ ਨੇ ਕਾਂਗਰਸ ਪਾਰਟੀ ਨਾਲ ਰਲ ਕੇ ਚੋਣ ਲੜੀ 1-2 ਸੀਟਾਂ ਦੀ, ਤੇ ਉਹਦਾ ਨਤੀਜਾ ਅਸੀਂ ਦੇਖਿਆ ਕਿ ਇੱਕ ਵਾਰ CPI ਦੇ 2 ਜਿੱਤੇ, ਦੋਨੇ ਮੁੜ ਕੇ ਕਾਂਗਰਸ ਨੂੰ ਜੁਆਇਨ ਕਰ ਗਏ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ। ਸੋ ਇਹ ਜਿਹੜਾ ਨਾ ਇਹ ਬੜਾ ਪੇਚੀਦਾ ਜਿਹਾ ਸਵਾਲ ਹੈ, ਤੇ ਇਹਦੇ ਤੇ ਮੈਨੂੰ ਲੱਗਦਾ ਕਿ ਹਾਲੇ ਤੱਕ ਵੀ ਕਮਿਊਨਿਸਟ ਧਿਰਾਂ ਨੇ ਇਹਦੇ ਤੇ ਨਿੱਠ ਕੇ ਜਿਹੜਾ ਸੰਵਾਦ ਜਾਂ ਵਿਚਾਰ ਨਹੀਂ ਕੀਤਾ। ਬਾਰ-ਬਾਰ ਉਹੀ ਗਲਤੀਆਂ ਜਿਹੜੀਆਂ ਦੁਹਰਾਈਆਂ ਜਾ ਰਹੀਆਂ, ਜਿਹੜਾ ਹੁਣ ਪ੍ਰਮਾਣ ਸਾਨੂੰ ਇੱਥੇ ਬਿਹਾਰ ਦੇ ਵਿੱਚ ਵੀ ਦਿਖਾਈ ਦੇ ਦਿੰਦਾ ਹੈ। ਦਸਾਂਝ ਸਾਹਿਬ, 15 ਅਗਸਤ ਦਾ ਦਿਹਾੜਾ ਆਉਣ ਵਾਲਾ, ਜਦੋਂ ਅਗਸਤ ਦਾ ਮਹੀਨਾ ਸ਼ੁਰੂ ਹੁੰਦਾ ਤੇ ਭਾਰਤ ਦੀ ਆਜ਼ਾਦੀ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ, ਬਹੁਤ ਸਾਰੀਆਂ ਪੁਰਾਣਾ ਇਤਿਹਾਸ ਦੀ ਫਰੋਲਾ ਫਰਾਲੀ ਸ਼ੁਰੂ ਹੋ ਜਾਂਦੀ ਆ, ਵਿਦਵਾਨ ਲੋਕ ਨਵੀਆਂ ਚੀਜ਼ਾਂ ਲੈ ਕੇ ਆਉਂਦੇ ਆ, ਤੇ ਕਈ ਚੀਜ਼ਾਂ ਜਿਹੜੀਆਂ ਨੇ ਹੁਣ ਜਦੋਂ ਭਾਰਤ ਨੂੰ ਵੇਖਦੇ ਆ, ਆਜ਼ਾਦ ਭਾਰਤ ਦੇ 75 ਸਾਲ ਜਦੋਂ ਅਸੀਂ ਮਨਾ ਰਹੇ ਹਾਂ ਇਸ ਵਾਰ, ਹਾਲਾਂਕਿ ਆਪਾਂ ਆਜ਼ਾਦੀ ਦਿਹਾੜਾ ਹੀ ਨਹੀਂ ਮਨਾ ਰਹੇ, ਹੁਣ ਤੇ ਆਪਾਂ ਕੋਈ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ, ਪਰ 80ਵੀਂ ਵਰ੍ਹੇਗੰਢ ਹੈਗੀ ਹੈ ਜੀ ਭਾਰਤ ਛੱਡੋ ਅੰਦੋਲਨ ਦੀ। ਉਹਦੇ ਬਾਰੇ ਕਾਂਗਰਸ ਦੀ ਜਿਹੜੀ ਪ੍ਰਧਾਨ ਹੈ ਸੋਨੀਆ ਗਾਂਧੀ, ਉਹਨਾਂ ਨੇ ਕਿਹਾ ਲੋਕਾਂ ਨੂੰ ਆਹਵਾਨ ਕਰ ਰਹੇ ਨੇ, ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਆਪਣੀ ਆਜ਼ਾਦੀ ਨੂੰ ਬਣਾਈ ਰੱਖਣ ਲਈ, ਉਹਦੀ ਪੈਰਵੀ ਕਰਨ ਲਈ ਪੂਰੀ ਵਾਹ ਲਾ ਦੇਣ, ਤੇ ਆਪ ਉਹ ਜਦੋਂ ਸੱਤਾ 'ਚ ਆਉਂਦੇ ਆ ਤੇ ਫਿਰ ਉਹ ਆਜ਼ਾਦੀ ਦੀ, ਲੋਕਾਂ ਦੀ ਆਜ਼ਾਦੀ ਦੀ, ਲੋਕਾਂ ਦੇ ਫੰਡਾਮੈਂਟਲ ਰਾਈਟ ਦੀ ਕੋਈ ਪਰਵਾਹ ਨਹੀਂ ਕਰਦੇ। ਇਹ ਇਤਿਹਾਸ ਸਾਡੇ ਸਾਹਮਣੇ ਆ ਕਿ ਕਾਂਗਰਸ ਵੀ ਇਹੋ ਕੁਝ ਕਰਦੀ ਆਈ, ਕਿਸ ਤਰੀਕੇ ਨਾਲ ਏਜੰਸੀਆਂ ਨੂੰ ਆਮ ਲੋਕਾਂ ਦੇ ਖਿਲਾਫ, ਜਿਹੜੇ ਲੋਕ ਥੋੜ੍ਹੀ ਵਿਰੋਧੀ ਸੁਰ ਵਾਲੇ, ਉਹਨਾਂ ਦੇ ਖਿਲਾਫ ਵਰਤੀ ਰਹੀ, ਤੇ ਉਹ ਵਰਤਾਰਾ ਹੁਣ BJP ਕਰ ਰਹੀ ਆ। ਤੇ ਸੋਨੀਆ ਗਾਂਧੀ ਕਹਿ ਰਿਹਾ ਕਿ RSS ਨੂੰ ਜਦੋਂ ਉਹ ਨਿਸ਼ਾਨੇ ਤੇ ਲੈ ਕੇ ਕਹਿੰਦੇ ਆ ਕਿ ਇਹ ਉਹ ਲੋਕ ਨੇ ਜਿਹੜੇ ਬਰਤਾਨਵੀ ਸਰਕਾਰ ਦੇ ਵੀ ਹਮਾਇਤੀ ਰਹੇ ਤੇ ਦੇਸ਼ ਦੀ ਆਜ਼ਾਦੀ ਦਾ ਵਿਰੋਧ ਕਰਦੇ ਰਹੇ। ਰਾਹੁਲ ਗਾਂਧੀ ਨੇ ਵੀ ਕੱਲ੍ਹ ਪਰਸੋਂ ਦਾ ਬਿਆਨ ਦਿੱਤਾ ਸੀਗਾ। ਤੇ ਦੂਜੇ ਪਾਸੇ ਭਾਰਤ ਦੀ ਸਭ ਤੋਂ ਵੱਡੀ ਸਟੇਟ UP ਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਸਮਾਜਵਾਦੀ ਹੁੰਦੀ ਸੀ, ਕਦੀ ਸਮਾਜਵਾਦੀ ਤੇ ਹੁਣ ਉਹ ਵੀ ਨਹੀਂ, ਨਾ ਹੀ ਸਮਾਜਵਾਦੀ ਰਹਿ ਗਿਆ ਉਹਨਾਂ ਦਾ, ਅਖਿਲੇਸ਼ ਯਾਦਵ ਵੀ ਆਏ, ਬੜੀਆਂ ਉਮੀਦਾਂ ਆਈਆਂ ਵੀ ਉਹ ਪੁਰਾਣੇ ਲੀਡਰਾਂ ਤੋਂ ਸ਼ਾਇਦ ਖੜਾ ਛੁੱਟ ਕੇ ਨਵੀਂ ਪਨੀਰੀ ਆਈ ਹੈ ਤੇ ਕੋਈ ਪੋਜ਼ਿਟਿਵ ਗੱਲ ਕਰਨਗੇ, ਤੇ ਉਹਨਾਂ ਨੇ ਵੀ ਆਪਣਾ ਸਮਾਂ ਲੰਘਾ ਕੇ ਵੇਖ ਲਿਆ ਲੋਕਾਂ ਨੇ, ਉਹਨਾਂ ਨੇ ਵੀ ਕੁਝ ਵਿਸ਼ੇਸ਼ ਐਸਾ ਨਹੀਂ ਕੀਤਾ ਜਿਹੜਾ ਕਿ ਉਹ ਯਾਦ ਕੀਤਾ ਜਾ ਸਕੇ। ਉਹਨਾਂ ਨੇ ਵੀ ਇੱਕ ਗੱਲ ਕਹੀ ਆ, ਉਹਨਾਂ ਨੇ ਕਿਹਾ ਆ ਕਿ ਜੇ ਇਸੇ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪਾਵਰ 'ਚ ਦੁਬਾਰਾ ਆ ਗਈ ਤੇ ਜਿਹੜੀਆਂ ਜਮਹੂਰੀ ਸੰਸਥਾਵਾਂ ਤੇ ਜਿਹੜਾ ਸੰਵਿਧਾਨ ਆ ਉਹਦਾ ਭੋਗ ਪੈ ਰਿਹਾ ਵਾ, ਤੇ ਜੇ ਇਹ ਤੋਂ ਵੀ ਵੱਧ ਤਾਕਤਵਰ ਹੋ ਗਈ, ਇੱਕ ਵਾਰੀ ਤੁਸੀਂ ਤਾਕਤ ਹੋਰ ਦੇਤੀ ਭਾਰਤੀ ਜਨਤਾ ਪਾਰਟੀ ਨੂੰ, ਤੇ ਹੋ ਸਕਦਾ ਹੈ ਤੁਹਾਡਾ ਵੋਟ ਦਾ ਅਧਿਕਾਰ ਵੀ ਖੁੱਸ ਜੇ, ਤੁਹਾਨੂੰ ਫਿਰ ਕੋਈ ਵੋਟ ਪਾਉਣ ਲਈ ਵੀ ਨਾ ਬੁਲਾਵੇ, ਫਿਰ ਇਸ ਤਰ੍ਹਾਂ ਦੀ ਡਿਕਟੇਟਰਸ਼ਿਪ ਵੀ ਹੋ ਜੇ। ਜਦੋਂ ਆਪਾਂ ਆਜ਼ਾਦੀ ਦਾ 75ਵਾਂ ਸਾਲ ਮਨਾ ਰਹੇ ਹੋਈਏ ਤੇ ਸਾਡੀ ਹਾਲਤ ਇਹ ਹੋਵੇ ਕਿ ਸਾਨੂੰ ਅਜੇ ਵੀ ਖਦਸ਼ਾ ਹੋਵੇ ਕਿ ਸਾਡਾ ਵੋਟ ਦਾ ਅਧਿਕਾਰ ਵੀ ਰਹਿਣਾ ਕਿ ਨਹੀਂ ਰਹਿਣਾ, ਬਾਕੀ ਰਾਈਟਸ ਤੇ ਬੜੀ ਦੂਰ ਦੀ ਗੱਲ ਆ। ਫੰਡਾਮੈਂਟਲ ਰਾਈਟਸ ਕੀ ਆ ਸਾਡੇ, ਹੋਰ ਕੀ ਆ, ਐਜ ਏ ਸਿਟੀਜ਼ਨ ਅਸੀਂ ਕੀ ਕਰਨਾ, ਕਿਸ ਤਰ੍ਹਾਂ ਦੇ ਸਾਨੂੰ ਮੁਲਕ ਜਿਹੜਾ ਉਹਨੂੰ ਡਿਵੈਲਪ ਕਰਨ 'ਚ ਸਾਡਾ ਕੀ ਯੋਗਦਾਨ, ਉਹ ਤਾਂ ਗੱਲਾਂ ਦੂਰ ਦੀਆਂ ਰਹਿ ਗਈਆਂ ਨਾ। ਅਜੇ ਤਾਂ ਸਾਨੂੰ ਇਹ ਖਦਸ਼ਾ ਹੈ ਕਿ ਸ਼ਾਇਦ ਵੋਟ ਪਾਉਣ ਦਾ ਵੀ ਅਧਿਕਾਰ ਖੋਹ ਲਿਆ ਜਾਵੇ। ਸੋ ਇਸ ਸਥਿਤੀ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ?
ਦੇਖੋ ਅੱਜ ਜੇ ਸਥਿਤੀਆਂ ਇੱਥੇ ਤੱਕ ਪਹੁੰਚੀਆਂ ਤੇ ਇਹਦੇ ਲਈ ਇਹ ਧਿਰਾਂ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ ਇਹ ਜ਼ਿੰਮੇਵਾਰ ਨੇ। ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ। ਭਾਰਤੀ ਲੋਕਤੰਤਰ ਨੂੰ ਇਹਨਾਂ ਨੇ ਵੀ ਆਪਣੇ ਹਿਸਾਬ ਦੇ ਨਾਲ ਜਿਹੜਾ ਆ ਉਹ ਚਲਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ ਚ ਐਡੀ ਵੱਡੇ ਪੱਧਰ ਦੇ ਉੱਤੇ ਅਸੀਂ ਭੰਨ ਤੋੜ ਜਿਹੜੀ ਆ ਦੇਖੀ ਆ ਭਾਰਤੀ ਸਿਆਸਤ ਦੇ ਵਿੱਚ। ਖੇਤਰੀ ਪਾਰਟੀਆਂ ਦਾ ਉਭਾਰ, ਵੱਖ-ਵੱਖ ਹੋਰ ਪਾਰਟੀਆਂ ਦਾ ਉਭਾਰ, ਉਹ ਕਾਂਗਰਸ ਪਾਰਟੀ ਦੀ ਜਿਹੜੀ ਮਹਾਨਲੈਕੀ ਰਹੀ ਉਹਦੇ ਕਰਕੇ ਹੋਇਆ। ਨਹੀਂ ਤਾਂ ਯੂਪੀ ਦੇ ਵਿੱਚ ਕੋਈ ਸੋਚ ਸਕਦਾ ਸੀ ਕਿ ਕਾਂਗਰਸ ਤੋਂ ਬਿਨਾਂ ਕੋਈ ਵੱਡੀ ਤਾਕਤ ਹੋ ਸਕਦੀ ਹੈ। ਅੱਜ ਯੂਪੀ ਦੀ ਤਾਕਤ ਜਿਹੜੀ ਹੈ ਉਹ ਵੱਖ-ਵੱਖ ਪਾਸੇ ਜਿਹੜੀ ਵੰਡੀ ਗਈ ਹੈ, ਜਿਹਦਾ ਲਾਭ ਜਿਹੜਾ ਭਾਰਤੀ ਜਨਤਾ ਪਾਰਟੀ ਉਠਾ ਰਹੀ ਹੈ। ਤੇ ਹੁਣ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹ ਦੇਖੋ, ਇਹ ਤਾਂ ਠੀਕ ਹੈ ਕਿ ਅਸੀਂ ਸਾਡੇ ਸਾਹਮਣੇ 1975 ਦੀ ਐਮਰਜੈਂਸੀ ਵੀ ਹੈ। ਕਾਂਗਰਸ ਪਾਰਟੀ ਦੀ ਅਗਵਾਈ ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਜਦੋਂ ਐਮਰਜੈਂਸੀ ਲਾਈ ਸੀ, ਉਹ ਜਮਹੂਰੀ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਸੀ ਜਾਂ ਜਿਹੜੇ ਸਾਡੇ ਅਧਿਕਾਰ ਸੀ ਉਹਨਾਂ ਤੇ ਪੂਰੀ ਤਰ੍ਹਾਂ ਕੁਹਾੜਾ ਚਲਾਉਣ ਵਾਲੀ ਗੱਲ ਸੀ, ਉਹਦਾ ਪੂਰੀ ਤਰ੍ਹਾਂ ਘਾਣ ਸੀ। ਤੇ ਉਹਦਾ ਨਤੀਜਾ ਵੀ ਬਾਅਦ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਤੇ ਉਹਨਾਂ ਦੀ ਧਿਰ ਕਾਂਗਰਸ ਪਾਰਟੀ ਨੇ ਭੁਗਤਿਆ। ਉਸ ਤੋਂ ਬਾਅਦ ਹੀ ਅਸੀਂ ਦੇਖਦੇ ਹਾਂ ਕਿ ਜਨਤਾ ਪਾਰਟੀ ਹੁੰਦੀ ਹੈ। ਜਨਤਾ ਪਾਰਟੀ ਦੇ ਵਿੱਚ ਇਹ ਸਾਰੇ ਲੋਕ ਹੁੰਦੇ ਆ ਜਿਹੜੇ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਹੈਗੇ ਆ। ਜਨਤਾ ਪਾਰਟੀ ਦੇ ਵਿੱਚ RSS ਵੀ ਹੁੰਦੀ ਹੈ। ਜਨਤਾ ਪਾਰਟੀ ਦੇ ਵਿੱਚ ਇਹ ਲੋਕ ਸਾਰੇ ਵੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ, ਜੈ ਪ੍ਰਕਾਸ਼ ਨਾਰਾਇਣ, ਜਾਤੀ ਜਾਂ ਮਰਾਠੀ ਦੇਸਾਈ, ਚੌਧਰੀ ਚਰਨ ਸਿੰਘ, ਇਹ ਸਾਰੇ ਲੋਕ ਹੁੰਦੇ ਆ। ਪਰ ਉਹਦਾ ਫਿਰ ਇੱਕ ਸਿੱਟਾ ਇਹ ਜ਼ਰੂਰ ਨਿਕਲਦਾ ਕਿ ਦੇਸ਼ ਪੱਧਰ ਦੇ ਉੱਤੇ ਹਿਸਟੋਰੀਕਲ ਡਿਫੀਟ ਜਿਹੜੀ ਹੈ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਬਰਦਾਸ਼ਤ ਕਰਨੀ ਪੈਂਦੀ ਹੈ, ਜੇਲ੍ਹ ਵੀ ਜਾਣਾ ਪੈਂਦਾ। ਉਸ ਤੋਂ ਬਾਅਦ ਆਪਣੀਆਂ ਈਗੋਜ਼ ਤੇ ਆਪਣੀਆਂ ਵਿਚਾਰਧਾਰਾਵਾਂ ਲੈ ਕੇ ਉਹਦੇ ਹੋਕੇ ਦਿੰਦੇ ਹੋਏ ਵੱਖਰੇ ਵੱਖਰੇ ਲੋਕ ਹੁੰਦੇ ਚਲੇ ਗਏ। ਜਨਤਾ ਪਾਰਟੀ ਚੋਂ ਭਾਰਤੀ ਜਨਤਾ ਪਾਰਟੀ ਨਿਕਲਿਆ ਜੀ, ਜਿਹਨੇ ਆਪਣੇ ਆਪ ਨੂੰ ਜਿਹੜਾ ਦੇਸ਼ ਪੱਧਰ ਦੇ ਉੱਤੇ ਸਥਾਪਿਤ ਕੀਤਾ। 1984 ਦੇ ਵਿੱਚ 2 ਸੀਟਾਂ ਹੀ ਸੀ ਇਹਨਾਂ ਕੋਲ, ਬਾਅਦ ਵਿੱਚ ਕਿੱਥੇ ਤੱਕ ਪਹੁੰਚਿਆ, 300 ਤੋਂ ਜ਼ਿਆਦਾ ਸੀਟਾਂ। ਉਹ ਜਨਤਾ ਪਾਰਟੀ ਸੀ, ਇਹਦੇ ਵਿੱਚੋਂ ਕਈ ਜਨਤਾ ਦਲ ਨਿਕਲਿਆ। ਕੋਈ ਜਨਤਾ ਦਲ ਵੈਸੇ ਨਿਕਲਿਆ ਪਹਿਲਾਂ, ਕੋਈ ਫਿਰ ਜਨਤਾ ਦਲ ਰਾਸ਼ਟਰੀ ਜਨਤਾ ਦਲ ਆ ਗਿਆ ਜੀ, ਕੋਈ ਜਨਤਾ ਦਲ ਸੈਕੂਲਰ ਆ ਗਿਆ, ਕੋਈ ਜਨਤਾ ਦਲ ਡੈਮੋਕ੍ਰੇਟਿਕ ਆ ਗਿਆ। ਇਹ ਸਾਰਾ ਜਿਹੜਾ ਟੁੱਟ ਭੱਜ ਜਿਹੜੀ ਅਸੀਂ ਇਸ ਰੂਪ ਦੇ ਵਿੱਚ ਦੇਖੀ ਹੈ ਉਹ ਕਾਂਗਰਸ ਪਾਰਟੀ ਦੀਆਂ ਹੀ ਜਿਹੜੀਆਂ ਦੇਸ਼ ਪੱਧਰ ਦੇ ਉੱਤੇ ਮਹਾਨਲੈਕੀਆਂ ਕਰਕੇ ਸਾਰਾ ਕੁਝ ਵਾਪਰਿਆ। ਤੇ ਹੁਣ ਦੇਖੋ ਐਮਰਜੈਂਸੀ ਐਲਾਨੀਆਂ ਨਹੀਂ ਹੈ। ਇਹ ਵੀ ਭਾਰਤੀ ਜਮਹੂਰੀਅਤ ਦਾ ਜਿਹੜਾ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਕਮਜ਼ੋਰ ਪੱਖ ਹੈ ਕਿ ਅੱਜ ਅਸੀਂ ਜਿਹੜੀ ਅਨਡਿਕਲੇਅਰਡ ਐਮਰਜੈਂਸੀ ਭੁਗਤ ਰਹੇ ਹਾਂ, ਅਨਡਿਕਲੇਅਰਡ ਜਿਹੜੀ ਡਿਕਟੇਟਰਸ਼ਿਪ ਭੁਗਤ ਰਹੇ ਹਾਂ। ਨਾ ਤੁਸੀਂ ਪਾਰਲੀਮੈਂਟ 'ਚ ਬੋਲ ਸਕਦੇ ਹੋ, ਨਾ ਪਾਰਲੀਮੈਂਟ ਦੇ ਬਾਹਰ ਤੁਸੀਂ ਬੋਲ ਸਕਦੇ ਹੋ। ਇਹ ਸਾਰੀ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਜਿਹੜੇ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਨੇ, ਸੋਨੀਆ ਗਾਂਧੀ ਤੋਂ ਲੈ ਕੇ ਅਖਿਲੇਸ਼ ਯਾਦਵ ਤੱਕ, ਜਿਹਦਾ ਤੁਸੀਂ ਜ਼ਿਕਰ ਕੀਤਾ, ਲੋਕਾਂ ਨੂੰ ਸੱਦੇ ਦਿੱਤੇ ਜਾ ਰਹੇ ਆ। ਇਹਨਾਂ ਨੂੰ ਲੋਕਾਂ ਨੂੰ ਸੱਦੇ ਦੇਣ ਦੀ ਥਾਂ ਦੇ ਉੱਤੇ ਪਹਿਲਾਂ ਖੁਦ ਆਪਣੇ ਆਪ ਨੂੰ ਆਪਣੇ ਅੰਦਰ ਝਾਕ ਕੇ ਦੇਖ ਲੈਣਾ ਚਾਹੀਦਾ ਹੈ ਕਿ ਕੀ ਤੁਸੀਂ ਇਹ ਜਿਹੜੇ ਖਦਸ਼ੇ ਪ੍ਰਗਟ ਕਰ ਰਹੇ ਹੋ ਤੇ ਸੱਚਮੁੱਚ ਜੇ ਇਹ ਖਦਸ਼ੇ ਸੱਚ ਹੋ ਸਕਦੇ ਆ ਤੇ ਉਹਦੇ ਵਾਸਤੇ ਕੀ ਤੁਸੀਂ ਕਸੂਰਵਾਰ ਨਹੀਂ? ਜੇ ਪਿਛਲੇ ਜਿਹੜੇ ਗਲਤੀਆਂ ਕੀਤੀਆਂ ਉਹ ਤੋਂ ਅੱਜ ਸਬਕ ਸਿੱਖ ਲਓ। ਆਪਣੇ ਈਗੋਜ਼ ਛੱਡ ਕੇ ਤੁਸੀਂ ਇੱਕ ਥਾਂ ਤੇ ਆਉਣ ਦੀ ਕੋਸ਼ਿਸ਼ ਤਾਂ ਕਰੋ। ਇਹ ਗੱਲ ਠੀਕ ਹੈ ਵੀ ਭਾਰਤੀ ਜਨਤਾ ਪਾਰਟੀ ਜਿਸ ਢੰਗ ਨਾਲ ਚੱਲ ਰਹੀ ਹੈ, ਵਿਰੋਧੀ ਤਾਂ ਵਿਰੋਧੀ ਆਪਣੇ ਸਹਿਯੋਗੀਆਂ ਨੂੰ ਵੀ ਜਿੱਦਾਂ ਉਹ ਜ਼ਮੀਨ ਚਟਾ ਰਹੀ ਹੈ। ਸ਼ਿਵ ਸੈਨਾ ਉਹਦੀ ਨੈਚੁਰਲ ਅਲਾਈ ਰਹੀ ਹੈ। ਵੱਖਰੀ ਗੱਲ ਹੈ ਕਿ ਪਿਛਲੀ ਵਾਰ ਇਕੱਠਿਆਂ ਚੋਣ ਲੜੀ, ਜਿੱਤੀ, ਪਰ ਸਿਰਫ ਕੁਰਸੀ ਦਾ ਮਾਮਲਾ ਖੜਾ ਹੋ ਗਿਆ, ਮੁੱਖ ਮੰਤਰੀ ਕੁਰਸੀ ਦਾ। ਤੇ ਉਧਵ ਠਾਕਰੇ ਜਿਹੜੇ ਆ ਉਹਨਾਂ ਨੇ ਕੁਰਸੀ ਯੁੱਧ ਦੇ ਵਿੱਚ ਮਾਤ ਦੇ ਦਿੱਤੀ ਬੀਜੇਪੀ ਨੂੰ, ਤੇ ਉਹਦਾ ਬਦਲਾ 2.5 ਸਾਲਾਂ ਬਾਅਦ ਹੀ ਲੈ ਲਿਆ ਬੀਜੇਪੀ ਨੇ, ਤੇ ਆਪਣੇ ਨੈਚੁਰਲ ਅਲਾਈ ਨੂੰ ਹੀ ਜਿਹੜਾ ਆ ਧੂੜ ਛਡਾ ਦਿੱਤੀ। ਅੱਜ ਵੀ ਸ਼ਿਵ ਸੈਨਾ ਦੀ ਹਾਲਤ ਕੀ ਕਰ ਦਿੱਤੀ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਇਹਨਾਂ ਦਾ ਨੈਚੁਰਲ ਅਲਾਈ ਵੀ ਹੈ ਨਹੀਂ ਸੀ। ਉਸ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਵੀ ਪੰਜਾਬ 'ਚ ਜਿਹੜੀ ਆ ਕੀ ਹੋ ਗਈ ਆ ਅੱਜ ਆਪਾਂ ਦੇਖ ਰਹੇ ਹਾਂ। ਭਾਰਤੀ ਜਨਤਾ ਪਾਰਟੀ ਨੇ ਬਕਾਇਦਾ ਇਹ ਸਕੀਮ ਬਣਾਈ ਹੋਈ ਹੈ ਵੀ ਕਾਂਗਰਸ ਮੁਕਤ ਭਾਰਤ ਤਾਂ ਹੈ, ਬਾਕੀ ਜਿਹੜੀਆਂ ਪਾਰਟੀਆਂ, ਖੇਤਰੀ ਪਾਰਟੀਆਂ, ਉਹਨਾਂ ਨੂੰ ਵੀ ਇਸ ਹਾਲਤ ਵਿੱਚ ਲੈ ਆਉਣਾ ਹੈ ਕਿ ਉਹ ਅਪਾਹਜ ਹੋ ਕੇ ਰਹਿ ਜਾਣ, ਆਪਣੇ ਸਹਿਯੋਗੀਆਂ ਨੂੰ ਵੀ ਖਾ ਜਾਣਾ ਹੈ। ਇਹ ਜਦੋਂ ਸਾਰਾ ਕੁਝ ਹੋ ਰਿਹਾ ਤੇ ਨਾਲ ਨਾਲ RSS ਦੀ ਜਿਹੜੀ ਪਲਾਨਿੰਗ ਹੈ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ, 2025 ਦੇ ਵਿੱਚ 100 ਸਾਲ ਦੀ ਹੋ ਜਾਣਾ RSS ਨੇ। 1925 ਦੇ ਵਿੱਚ RSS ਜਿਹੜੀ ਹੈ ਹੋਂਦ ਵਿੱਚ ਆਉਂਦੀ ਹੈ, 2025 ਚ 100 ਸਾਲਾਂ ਦੀ ਹੋਣਾ ਹੈ। ਤੇ ਮਿਥ ਲਿਆ ਗਿਆ ਸੀ ਕਿ 2025 ਤੱਕ ਹਿੰਦੂ ਰਾਸ਼ਟਰ ਐਲਾਨਣਾ ਭਾਰਤ ਨੂੰ।
ਉਹ ਤਾਂ ਪੋਸੀਬਲ ਨਹੀਂ ਹੈ ਹੁਣ, ਪਰ ਯਤਨ ਜ਼ਰੂਰ ਹੋ ਰਿਹਾ ਹੈ ਕਿ ਸਾਰੇ ਦੇਸ਼ ਦੇ ਉੱਤੇ ਜਿਹੜਾ ਹੈ ਇਸ ਢੰਗ ਦੇ ਨਾਲ ਰਾਜਨੀਤਿਕ ਕਬਜ਼ਾ ਕਰ ਲਿਆ ਜਾਏ ਕਿ ਇੱਕ ਪਾਰਟੀ ਰੂਲ ਵਾਲੀ ਗੱਲ ਬਣ ਜਾਏ। ਜਿਹੜੀ ਇਹ ਅਖਿਲੇਸ਼ ਯਾਦਵ ਜਿਹੜੀ ਡਰ ਪ੍ਰਗਟ ਕਰ ਰਹੇ ਆ, ਇਹ ਤਾਂ ਪੋਸੀਬਿਲਿਟੀ ਨਹੀਂ ਹੈ ਵੈਸੇ, ਪਰ ਇਹਨਾਂ ਦਾ ਯਤਨ ਜ਼ਰੂਰ ਹੈ ਵੀ ਇੱਥੇ ਜਾਂ ਤਾਂ 2 ਪਾਰਟੀ ਸਿਸਟਮ ਹੋ ਜਾਏ, ਮਤਲਬ 2 ਹੀ ਪਾਰਟੀਆਂ ਰਹਿਣ, ਕੋਈ ਹੋਰ ਰਵੇ ਹੀ ਨਾ। ਉਹ 2 ਪਾਰਟੀਆਂ ਵੱਲ ਨੂੰ ਵੀ ਵੱਧ ਰਿਹਾ ਭਾਰਤ, ਉਧਰ ਨੂੰ ਵੱਧ ਰਿਹਾ ਇੱਕ RSS ਦੀ ਪਸੰਦ ਦੀ ਦੂਜੀ ਧਿਰ ਵੀ ਜਿਹੜੀ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਰਹੀ ਹੈ ਵੀ ਜਾਂ ਤਾਂ ਉਸ ਪਾਸੇ ਵੱਲ ਸਾਰਾ ਕੁਝ ਜਿਹੜਾ ਚੱਲ ਜਾਵੇ ਤੇ ਇੱਧਰ BJP ਉਧਰ ਉਹ ਰਲ ਕੇ ਫਿਰ ਜਿਹੜਾ ਆ ਉਹ ਸਾਰਾ ਕੁਝ ਇਸ ਦੇਸ਼ ਦੇ ਉੱਤੇ ਆਪਣੇ ਢੰਗ ਨਾਲ ਕਬਜ਼ਾ ਕਰ ਲਿਆ ਜਾਏ। ਜੇ ਖਦਸ਼ੇ ਨੇ, ਇਹ ਡਰ ਨੇ ਵੱਖ-ਵੱਖ ਪੋਲੀਟੀਕਲ ਲੀਡਰਸ ਨੂੰ, ਤਾਂ ਉਹ ਲੋਕਾਂ ਨੂੰ ਡਰ ਦਿਖਾਉਣ ਤੋਂ ਪਹਿਲਾਂ ਆਪਣੇ ਡਰ ਜਿਹੜੇ ਆਪੋ ਵਿੱਚ ਹੀ ਸਾਂਝੇ ਕਰ ਲੈਣ ਤੇ ਫਿਰ ਰਲ ਕੇ ਬੈਠ ਜਾਣ, ਕੋਈ ਕਾਮਨ ਪ੍ਰੋਗਰਾਮ ਬਣਾ ਲੈਣ। ਪਰ ਇਹ ਵੀ ਕੋਈ ਲੋਕਾਂ ਦੀ ਮੁਕਤੀ ਦਾ ਰਸਤਾ ਨਹੀਂ ਹੈ, ਇਹ ਵੀ ਟੈਂਪਰੇਰੀ ਜਿਹੜਾ ਆ BJP ਦਾ ਜਿਹੜਾ ਵਾਧਾ ਹੋਇਆ ਰੱਥ ਹੈ ਉਹਨੂੰ ਰੋਕਣ ਦੇ ਯਤਨ ਦੇ ਤੌਰ ਤੇ ਦੇਖਿਆ ਜਾ ਸਕਦਾ। ਦਸਾਂਝ ਸਾਹਿਬ, ਫਿਰ ਆਜ਼ਾਦੀ ਵਾਲੀ ਗੱਲ ਤੇ ਮੈਂ ਆਉਣਾ ਆ। ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਤੇ ਪੰਜਾਬ ਦੇ ਵਿੱਚ ਅੱਜ ਵੀ ਬਹੁਤੇ ਲੋਕ ਇਹਨੂੰ 1947 ਦੀ ਵੰਡ ਕਹਿੰਦੇ ਆ। ਮੈਨੂੰ ਨਹੀਂ ਪਤਾ ਬੰਗਾਲ 'ਚ ਵੀ ਇਹ ਫੀਲਿੰਗ ਹੈ ਕਿ ਨਹੀਂ ਹੈ। ਹੌਲੀ ਹੌਲੀ ਉਹ ਲੋਕ ਸਾਡੇ ਚੋਂ ਵਿਦਾ ਹੁੰਦੇ ਜਾਂਦੇ ਆ ਜਿਨ੍ਹਾਂ ਨੇ ਆਜ਼ਾਦੀ ਦਾ ਸੰਘਰਸ਼ ਵੇਖਿਆ ਤੇ ਆਜ਼ਾਦੀ ਵਾਲਾ ਦਿਨ ਵੇਖਿਆ ਹੋਣਾ। ਬਾਹਰ ਦੀਆਂ ਅਸੀਂ ਪਾਉਂਦੇ ਹਾਂ ਸਾਰੇ ਹੀ ਲਗਭਗ, ਤੇ ਜਿਹੜਾ ਉਹ ਦਰਦ ਸੀਗਾ ਵੰਡ ਦਾ ਦਰਦ, ਉਹ ਕਿਸੇ ਨਾ ਕਿਸੇ ਤਰ੍ਹਾਂ ਥੋੜ੍ਹਾ ਬਹੁਤਾ ਟਰੈਵਲ ਕਰਕੇ ਸਾਡੇ 'ਚ ਵੀ ਆਇਆ, ਸਾਡੀਆਂ ਅਗਲੀਆਂ ਪੀੜ੍ਹੀਆਂ ਤੱਕ ਵੀ ਸ਼ਾਇਦ ਜਾਵੇ। ਪਰ ਮੈਨੂੰ ਲੱਗਦਾ ਕਿ ਹੌਲੀ ਹੌਲੀ ਇਹ ਚੀਜ਼ ਖਤਮ ਹੋ ਜਾਣੀ ਆ। ਪਰ ਹੁਣ ਜਦੋਂ ਅਕਾਲ ਤਖਤ ਦਾ ਜਥੇਦਾਰ ਇਹ ਕਾਲ ਦਿੰਦਾ ਹੈ ਕਿ 10 ਲੱਖ ਪੰਜਾਬੀ ਜਿਹੜੇ ਮਾਰੇ ਗਏ, ਜਦੋਂ 10 ਲੱਖ ਦਾ ਜ਼ਿਕਰ ਕਰਦੇ ਆ ਤੇ ਫਿਰ ਇੱਕ ਥੋੜ੍ਹੀ ਜਿਹੀ ਮਨ ਨੂੰ ਖੁਸ਼ੀ ਹੁੰਦੀ ਆ ਕਿ ਉਹਦੇ ਵਿੱਚ ਉਹਨਾਂ ਘੱਟੋ ਘੱਟ ਇਹ ਨਹੀਂ ਕਿਹਾ ਕਿ ਸਾਰੇ ਸਿੱਖ ਜਿਹੜੇ ਮਾਰੇ ਗਏ ਉਹਨਾਂ ਦੀ ਗੱਲ ਕੀਤੀ ਜਾਵੇ, ਉਹਦੇ ਵਿੱਚ ਮਾਰੇ ਜਾਣ ਵਾਲੇ ਹਿੰਦੂ ਤੇ ਮੁਸਲਿਮ ਵੀ ਸ਼ਾਮਲ ਹੁੰਦੇ ਆ। ਉਹ ਮੈਨੂੰ ਗੱਲ ਇੱਕ ਪੋਜ਼ੀਟਿਵ ਪੱਖ ਲੱਗਾ ਕਿ ਪਹਿਲੀ ਵਾਰ ਯਾਦ ਕੀਤਾ ਗਿਆ ਕਿ ਉਹਨਾਂ 10 ਲੱਖ ਲੋਕਾਂ ਨੂੰ ਜਿਹੜੀ ਆ ਉਹ ਸ਼ਰਧਾਂਜਲੀ ਭੇਟ ਕੀਤੀ ਜਾਵੇ ਤੇ ਗੁਰਦੁਆਰਿਆਂ 'ਚ ਪਾਠ ਰੱਖੇ ਜਾਣ ਤੇ ਅਰਦਾਸ ਕੀਤੀ ਜਾਵੇ। ਪਰ ਮੈਨੂੰ ਇੱਕ ਗੱਲ ਥੋੜ੍ਹੀ ਜਿਹੀ ਹੋਰ ਤਰ੍ਹਾਂ ਵੀ ਲੱਗੀ। ਇੱਕ ਪਾਸੇ ਉਹ ਕਾਲ ਦਿੰਦੇ ਆ ਕਿ ਜਿਹੜੇ ਲੋਕਾਂ ਨੇ ਉਹ ਦਰਦ ਸਹਿਆ ਉਹ ਆਉਣ, ਸਾਡੇ ਕੋਲ ਆਉਣ ਤੇ ਇਹਦੇ ਵਿੱਚ ਸ਼ਾਮਲ ਹੋਣ, ਤੇ ਦੂਜੇ ਪਾਸੇ ਨਾਲ ਹੀ ਕਹਿ ਦਿੰਦੇ ਕਿ ਬਾਕੀ ਧਰਮ ਵਾਲੇ ਆਪੋ ਆਪਣੇ ਅਦਾਰਿਆਂ 'ਚ, ਧਾਰਮਿਕ ਅਦਾਰਿਆਂ 'ਚ ਜਿਹੜਾ ਉਹ ਚੀਜ਼ਾਂ ਮਨਾਉਣ। ਕਿਉਂ ਨਹੀਂ ਇੱਕ ਕਾਲ ਕਿਸੇ ਤੁਸੀਂ ਇਸ ਗੱਲ ਤੋਂ ਉੱਪਰ ਹੀ ਉੱਠ ਗਏ ਕਿ ਅਸੀਂ ਇਕੱਲੇ ਸਿੱਖਾਂ ਦੀ ਗੱਲ ਨਹੀਂ ਕਰਨੀ, ਇਕੱਲੇ ਹਿੰਦੂਆਂ ਦੀ ਗੱਲ ਨਹੀਂ ਕਰਨੀ, ਉਹਨਾਂ ਪੰਜਾਬੀਆਂ ਦੀ ਗੱਲ ਕਰਨੀ ਹੈ ਜਿਹੜੇ 10 ਲੱਖ ਉਸ ਵੇਲੇ ਮਾਰੇ ਗਏ ਸੀ, ਭਾਵੇਂ ਇੱਧਰ ਦੇ ਹੋਣ ਉੱਧਰ ਦੇ ਹੋਣ, ਲਹੂ ਤਾਂ ਸਾਰਿਆਂ ਦਾ ਇੱਕੋ ਜਿਹਾ ਡੁੱਲਿਆ ਨਾ। ਤੇ ਫਿਰ ਇਹ ਵੰਡ ਕਿਉਂ ਪਾਤੀ ਕਿ ਆਪੋ ਆਪਣੇ ਅਦਾਰਿਆਂ 'ਚ, ਧਾਰਮਿਕ ਅਦਾਰਿਆਂ 'ਚ ਜਾ ਕੇ ਅਰਦਾਸਾਂ ਕਰਨ, ਇੱਕ ਹੀ ਥਾਂ ਤੇ ਕਿਉਂ ਨਾ ਕਰਨ ਪੰਜਾਬੀ? ਚੰਗੀ ਗੱਲ ਹੈ ਕਿ ਇੱਕ ਤਾਂ ਇਹ ਵੀ ਪੰਜਾਬੀਆਂ ਦੀ ਗੱਲ ਹੋਈ ਹੈ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ 10 ਲੱਖ ਪੰਜਾਬੀਆਂ ਦਾ ਜ਼ਿਕਰ ਹੋਇਆ। ਉਹਨਾਂ ਨੇ ਇਹ ਨਹੀਂ ਕੀਤਾ ਕਿ ਇੰਨੇ ਸਿੱਖ ਮਾਰੇ ਗਏ, ਉਹਨਾਂ ਨੇ ਇਹਨੂੰ ਇਸ ਢੰਗ ਨਾਲ ਲਿਆ ਕਿ ਹਾਂ ਇਸ ਵੰਡ ਦਾ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਜੇ ਕਿਸੇ ਨੇ ਝੱਲਿਆ ਤਾਂ ਉਹ ਪੰਜਾਬੀ ਕੌਮ ਹੈ, ਜਿਸ 'ਚ ਅਸੀਂ ਸਾਰੇ ਸ਼ਾਮਲ ਹੈ ਤੇ ਉਹਦੇ 'ਚ ਮੁਸਲਮਾਨ, ਹਿੰਦੂ, ਸਿੱਖ ਵੀ ਹੈ। ਪਰ ਮੈਨੂੰ ਲੱਗਦਾ ਮੈਂ ਉਹ ਸੁਣਿਆ ਤਾਂ ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ। ਜੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹਰੇਕ ਧਰਮ ਦੇ ਲੋਕ ਆਪੋ ਆਪਣੇ ਧਾਰਮਿਕ ਸਥਾਨਾਂ 'ਚ ਵੀ ਅਰਦਾਸ ਕਰਨ, ਤਾਂ ਮੈਨੂੰ ਲੱਗਦਾ ਕਿ ਇੱਕ ਥਾਂ ਵਾਲੀ ਗੱਲ ਕਿਵੇਂ ਕਹੀ ਜਾ ਸਕਦੀ ਸੀ ਵੀ ਸਾਰੇ ਗੁਰੂ ਘਰਾਂ ਦੇ ਵਿੱਚ ਆਉਣ। ਹੋ ਸਕਦਾ ਕੋਈ ਆਸਥਾਵਾਨ ਬੰਦਾ ਜਿਹੜਾ ਆ ਉਹ ਮੰਦਿਰ 'ਚ ਹੀ ਜਾਣਾ ਚਾਹਵੇ, ਜੇ ਉਹ ਮੰਦਿਰ 'ਚ ਅਰਦਾਸ ਕਰ ਲਵੇ ਤਾਂ ਕਰ ਲਵੇ। ਇਹ 'ਚ ਮੇਰੇ ਖਿਆਲ 'ਚ ਕੋਈ ਗਲਤ ਗੱਲ ਵੀ ਨਹੀਂ ਹੈ ਵੀ ਕਿਸੇ ਨੂੰ ਇਹ ਕਹਿਣਾ ਵੀ ਹਾਂ ਸਾਰੇ ਆਓ ਜੀ, ਤੁਸੀਂ ਗੁਰਦੁਆਰਿਆਂ 'ਚ ਹੀ ਆਉਣਾ, ਹੋਰ ਕਿਤੇ ਨਹੀਂ ਜਾਣਾ, ਗੁਰਦੁਆਰਿਆਂ 'ਚ ਹੀ ਆਪਾਂ ਅਰਦਾਸ ਕਰਾਂਗੇ। ਹੋ ਸਕਦਾ ਕੋਈ ਨਾ ਆ ਸਕਦਾ ਹੋਵੇ, ਜਿਹੜਾ ਨਹੀਂ ਆ ਸਕਦਾ ਜਿੱਥੇ ਹੈਗਾ ਉੱਥੇ ਅਰਦਾਸ ਕਰ ਲਵੇ। ਸ਼ਾਇਦ ਕੋਈ ਮੈਨੂੰ ਲੱਗਦਾ ਏਦਾਂ ਦੀ ਭਾਵਨਾ ਹੋਵੇ। ਬਾਕੀ ਵੈਸੇ ਤਾਂ ਇਹੋ ਜੀ ਕਾਲ ਦਾ ਵੈਨਿਊ ਗੁਰਦੁਆਰੇ ਹੋਣੇ ਨਹੀਂ ਚਾਹੀਦੇ, ਇਹੋ ਜੀ ਕਾਲ ਤੇ ਪਬਲਿਕ ਪਲੇਸ ਏਦਾਂ ਹੋਣਾ ਚਾਹੀਦਾ ਕਿਤੇ ਵੀ, ਜਿੱਥੇ ਵੀ ਤੁਸੀਂ ਹੈਗੇ ਆ। ਇਹਦਾ ਹੋਣਾ ਇਹ ਚਾਹੀਦਾ ਸੀ ਤੁਸੀਂ ਜਿੱਥੇ ਵੀ ਹੈਗੇ ਆ, ਤੁਸੀਂ ਕੰਮ ਤੇ ਆ, ਠੀਕ ਹੈ, ਛੁੱਟੀ ਆ, ਚਲੋ ਠੀਕ ਹੈ, ਘਰਾਂ ਤੋਂ ਬਾਹਰ ਨਹੀਂ ਜਾ ਰਹੇ, ਕੋਈ ਸਮਾਂ ਉਹਨਾਂ ਦਾ ਕੋਈ ਸਮਾਂ ਮਿੱਥ ਲੈਣਾ ਚਾਹੀਦਾ ਸੀ ਵੀ ਅਸੀਂ ਇੰਨੇ ਆਹ ਟਾਈਮ ਅਸੀਂ ਚਾਹੁੰਦੇ ਹਾਂ ਕਿ ਇਸ ਟਾਈਮ ਦੇ ਉੱਤੇ ਜਿੱਥੇ ਕਿਤੇ ਅਸੀਂ ਹੋਈਏ ਉੱਥੇ 1 ਮਿੰਟ ਖਲੋ ਲਈਏ, 1 ਮਿੰਟ ਖਲੋ ਕੇ ਅਰਦਾਸ ਕਰ ਲਈਏ, ਹਨਾ। ਕੋਈ ਏਦਾਂ ਦਾ ਕੁਝ ਹੋ ਜਾਣਾ ਚਾਹੀਦਾ ਸੀ, ਪਰ ਪਤਾ ਨਹੀਂ ਹੁਣ ਉਹਨਾਂ ਨੇ ਜਿਸ ਢੰਗ ਨਾਲ ਕਿਹਾ। ਪਰ ਇੱਕ ਗੱਲ ਚੰਗੀ ਆ ਵੀ ਉਹਨਾਂ ਨੇ ਪੰਜਾਬੀਆਂ ਦਾ ਜ਼ਿਕਰ ਕੀਤਾ, ਉਹਨਾਂ ਨੇ ਕੇਵਲ ਸਿੱਖਾਂ ਦੀ ਗੱਲ ਨਹੀਂ ਕੀਤੀ, ਕਿਉਂਕਿ ਖੂਨ ਤਾਂ ਪੰਜਾਬੀਆਂ ਦੇ ਡੁੱਲਿਆ ਸਾਰੇ ਪਾਸੋਂ, ਪੰਜਾਬ ਹੀ ਜਿਹੜਾ ਝੰਬਿਆ ਗਿਆ। ਮਤਲਬ ਕੋਈ ਛੋਟੀ ਗਿਣਤੀ ਨਹੀਂ ਆ, 10 ਲੱਖ ਪੰਜਾਬੀ ਮਾਰੇ ਗਏ, ਹੁਣ 2 ਕਰੋੜ ਲੋਕ ਜਿਹੜੇ ਆ ਉਹ ਹਿਜਰਤ ਦਾ ਸ਼ਿਕਾਰ ਹੋਏ, ਹੁਣ ਇੱਧਰੋਂ ਉੱਧਰ ਹੋਏ ਹੋਣ।
ਇਹ ਦੁਨੀਆ 'ਚ ਹੋਰ ਕਿਤੇ ਕੋਈ ਇਸ ਤਰ੍ਹਾਂ ਦਾ ਮੈਨੂੰ ਨਹੀਂ ਲੱਗਦਾ ਕੋਈ ਕਾਂਡ ਕੋਈ ਸਾਡੇ ਸਾਹਮਣੇ ਹੋਵੇ, ਤੇ ਅਸੀਂ ਸਾਰੇ ਭੁਗਤ ਭੋਗੀ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਯਾਦ ਕਰਦਿਆਂ ਹੋਇਆਂ ਸਬਕ ਵੀ ਸਿੱਖਣਾ ਚਾਹੀਦਾ ਹੈ ਵੀ ਦੁਬਾਰਾ ਤੋਂ ਉਹ ਗਲਤੀਆਂ ਨਾ ਦੁਹਰਾਈਆਂ ਜਾਣ। ਜੀ ਜੀ। ਅੱਛਾ, ਹੁਣ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਪੰਜਾਬ ਵੱਲ ਥੋੜਾ ਪ੍ਰਤੀ ਹੋਰ ਨੇੜਿਓਂ ਹੋ ਕੇ, ਪਿਛਲੇ ਕਾਫੀ ਦਿਨਾਂ ਤੋਂ ਨਹੀਂ, ਕੁਝ ਜਦੋਂ ਦੀ ਸਰਕਾਰ ਬਣੀ ਆ, ਮਹੀਨਾ ਡੇਢ ਮਹੀਨਾ ਬਾਅਦ ਹੀ ਇੱਕ ਅਫਵਾਹ ਜੀ ਚੱਲ ਪਈ ਸੀਗੀ ਕਿ ਜਿੱਦਾਂ ਉਹ ਸਿੰਗਲਾ ਸਾਹਿਬ ਨੂੰ ਸ਼ੰਟ ਆਊਟ ਕੀਤਾ ਗਿਆ ਪਾਰਟੀ ਚੋਂ, ਇਸੇ ਤਰ੍ਹਾਂ ਇੱਕ ਵਿਅਕਤੀ ਹੋਰ ਹੈ ਮੰਤਰੀ ਜਿਹਦੇ ਤੇ ਨਿਗਾਹ ਹੈ, ਤੇ ਉਹ ਸ਼ਾਇਦ ਮਾਝੇ ਦਾ ਆ। ਇਹ ਵੀ ਗੱਲ ਆਉਂਦੀ ਰਹੀ, ਸਾਡੇ ਸਾਰੇ ਚੈਨਲ ਇਹ ਗੱਲ ਪ੍ਰਚਾਰਦੇ ਰਹੇ ਕਿ ਮਾਝੇ ਦੇ ਇੱਕ ਮੰਤਰੀ ਦੇ ਉੱਤੇ ਜਿਹੜਾ ਆ ਉਹ ਤਲਵਾਰ ਲਟਕ ਰਹੀ ਆ, ਕਿਸੇ ਵੇਲੇ ਵੀ ਹੋ ਸਕਦਾ। ਲੋਕ ਅੰਦਾਜ਼ੇ ਲਾਉਂਦੇ ਰਹੇ ਕੌਣ ਹੋ ਸਕਦਾ। ਪਹਿਲੋਂ ਕਹਿੰਦੇ ਕੁਝ ਲੋਕਾਂ ਦਾ ਖਿਆਲ ਸੀ ਵੀ ਕੁਲਦੀਪ ਧਾਲੀਵਾਲ ਵੀ ਬੜਾ ਅੱਛਾ ਕੰਮ ਕਰ ਰਹੇ ਆ, ਸ਼ਾਇਦ ਉਹਨਾਂ ਦਾ ਰਾਹ ਰੋਕਿਆ ਜਾਊਗਾ। ਕੁਝ ਲੋਕ ਹੋਰ ਕਿਸੇ ਦਾ ਮੰਤਰੀ ਤੇ ਤਿੰਨ ਹੀ ਨੇ ਮੇਰੇ ਖਿਆਲ ਮਾਝੇ ਤੋਂ। ਤੇ ਫਿਰ ਕੁੱਲ ਮਿਲਾ ਕੇ ਜਾਂਦਾ ਸੀ ਪੱਟੀ ਤੋਂ ਜਿੱਤੇ ਹੋਏ ਲਾਲਜੀਤ ਰਾਮ ਵੱਲ ਲੋਕਾਂ ਦਾ ਧਿਆਨ। ਤੇ ਹੁਣ ਲਾਲਜੀਤ ਰਾਮ ਨੂੰ ਲੈ ਕੇ ਇੱਕ ਖਬਰ ਹੈ ਜਿਹਨੂੰ ਸਿਆਸੀ ਖਬਰ ਕਹਿ ਸਕਦਾ, ਕਿ ਉਹ ਜਿਹੜਾ ਕੇਸਰੀ ਝੰਡਾ ਚੜਾਉਣ ਵਾਲਾ ਕੰਮ ਸੀ ਲਾਲ ਕਿਲੇ ਤੇ, ਉਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਿਤੇ ਨਜ਼ਰ ਆਈ ਆ। ਉਹਨੂੰ ਪੋਲੀਟੀਕਲ ਪਾਰਟੀਆਂ ਕਾਫੀ ਜ਼ਿਆਦਾ ਚੁੱਕ ਰਹੀਆਂ, ਜਿਸ 'ਚ ਖਾਸ ਕਰਕੇ ਖਹਿਰਾ ਸਾਹਿਬ ਨੇ ਕਹਿ ਦਿੱਤਾ ਕਿ ਕੀ ਹੁਣ ਕੇਜਰੀਵਾਲ ਤੇ ਭਗਵੰਤ ਮਾਨ ਉਹਨੂੰ ਦੇਸ਼ ਧਰੋਹੀ ਕਹਿ ਕੇ ਪਾਰਟੀ ਜਾਂ ਕੈਬਨਿਟ ਤੋਂ ਬਾਹਰ ਕਰਨਗੇ। ਕੀ ਇਹ ਹੁਣ ਕੋਈ ਸਿਆਸੀ ਬਵਾਲ ਖੜਾ ਹੋ ਸਕਦਾ ਇਸ ਗੱਲ ਨੂੰ ਲੈ ਕੇ ਕਿ ਉਹ ਵਿਅਕਤੀ ਜਿਹੜਾ ਲਾਲ ਕਿਲੇ ਦੇ ਉੱਤੇ ਜਿਹੜੀ ਇੱਕ ਸ਼ਰਾਰਤਪੂਰਨ ਕਾਰਵਾਈ ਅਸੀਂ ਗਿਣਦੇ ਰਹੇ ਹੁਣ ਤੱਕ ਦੀਪ ਸਿੱਧੂ ਐਂਡ ਕੰਪਨੀ ਦੀ, ਉਹਦਾ ਪਾਰਟ ਸੀਗਾ, ਤੇ ਇਹ ਸਿਆਸੀ ਤੌਰ ਤੇ ਕੋਈ ਨੁਕਸਾਨ ਲਾਲਜੀਤ ਭੁੱਲਰ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਹੋ ਸਕਦਾ, ਜਾਂ ਆਮ ਆਦਮੀ ਪਾਰਟੀ ਕੋਈ ਇਹਦੇ ਲਈ ਜਵਾਬ ਵਜੋਂ ਕੋਈ ਕਾਰਵਾਈ ਕਰ ਸਕਦੀ ਹੈ? ਤੁਹਾਨੂੰ ਕੀ ਲੱਗਦਾ? ਮੈਨੂੰ ਲੱਗਦਾ ਨਹੀਂ ਹੈ। ਦੇਖੋ, ਨੰਬਰ ਇੱਕ ਤਾਂ ਗੱਲ ਇਹ ਹੈ ਵੀ ਜਿੱਦਾਂ ਤੁਸੀਂ ਸੁਖਪਾਲ ਖਹਿਰੇ ਦਾ ਜ਼ਿਕਰ ਕੀਤਾ, ਉਹਨਾਂ ਨੇ ਇਹ ਮੁੱਦਾ ਚੁੱਕਿਆ, ਉਹਨਾਂ ਨੇ ਉਹ ਵੀਡੀਓ ਤੇ ਉਹਦੇ ਵਿੱਚ ਫੋਟੋ ਕੱਢ ਕੇ ਉਹ ਟਵੀਟ ਵੀ ਕੀਤੀ ਕੇਜਰੀਵਾਲ ਤੇ ਭਗਵੰਤ ਮਾਨ ਨੂੰ, ਤੇ ਇਦਾਂ ਦੀਆਂ ਗੱਲਾਂ ਕਹੀਆਂ। ਤੇ ਮੈਨੂੰ ਲੱਗਦਾ ਨਹੀਂ ਹੈ ਕਿ ਵਿਰੋਧੀ ਪਾਰਟੀ ਦੇ ਕਿਸੇ MLA ਵੱਲੋਂ ਇਸ ਤਰ੍ਹਾਂ ਦਾ ਜਿਹੜਾ ਮੁੱਦਾ ਚੁੱਕਿਆ ਗਿਆ ਤੇ ਉਹਦੇ ਤੇ ਕੋਈ ਬਹੁਤਾ ਰਿਐਕਟ ਤੇ ਸਰਕਾਰ ਕਰੇਗੀ। ਫਿਰ ਤਾਂ ਸਾਰਾ ਕੁਝ ਏਦਾਂ ਹੀ ਹੈ ਵੀ ਹਾਂ ਵੀ ਜੇ ਕੋਈ ਵਿਰੋਧੀ ਪਾਰਟੀ ਵਾਲਾ ਕੋਈ ਕਹਿ ਦਿਆ ਕਰੂਗਾ ਫਲਾਨਾ ਤੁਹਾਡਾ ਮੰਤਰੀ ਇਸ ਕਿਸਮ ਦਾ ਹੈ ਜੀ, ਉਹਦਾ ਕੋਈ ਪੁਰਾਣੀ ਕੋਈ ਤਸਵੀਰ ਸਾਂਝੀ ਕਰ ਦਿਆ ਕਰੂਗਾ, ਫਿਰ ਤੇ ਇਸ ਕੰਮ ਤੇ ਰਹੂਗੀ ਸਰਕਾਰ ਵੀ ਤੁਸੀਂ ਠੀਕ ਹੈ ਕਿ ਇੱਕ ਸ਼ਿਕਾਇਤ ਆਈ ਹੈ ਤੇ ਉਹਦੇ ਤੇ ਕਾਰਵਾਈ ਕਰੋ ਤੇ ਮੰਤਰੀ ਨੂੰ ਜਿਹੜਾ ਬਰਖਾਸਤ ਕਰ ਦਿਓ। ਏਦਾਂ ਹੁੰਦਾ ਨਹੀਂ ਹੈ, ਸਰਕਾਰਾਂ 'ਚ ਏਦਾਂ ਨਹੀਂ ਹੁੰਦਾ। ਇੱਥੇ ਅਨਮੋਲ ਗਗਨ ਮਾਨ ਦਾ ਵੀ ਇੱਕ ਬੜਾ ਇੱਕ ਮਾਮਲਾ ਖੜਾ ਹੋਇਆ ਕਿ ਉਹਨੇ ਆਪਣੇ ਸਰਕਾਰੀ ਰਿਹਾਇਸ਼ ਦੇ ਵਿੱਚ ਉਹਦੀ ਰੈਨੋਵੇਸ਼ਨ ਵਾਸਤੇ ਕਰੋੜਾਂ ਰੁਪਏ ਦਾ ਕਹਿ ਲਓ ਵੀ ਉਹ ਪੇਸ਼ ਕਰਤਾ ਵੀ ਹਾਂ ਆਹ ਚੀਜ਼ਾਂ ਮੇਰੇ ਫਲੈਟ ਚਾਹੀਦੀਆਂ, ਸਵਿਮਿੰਗ ਪੂਲ ਵੀ ਚਾਹੀਦਾ, ਫਲਾਣਾ। ਤੇ ਉਹ ਵੀ ਬੜੀ ਚਿੱਠੀ ਵਾਇਰਲ ਹੋ ਰਹੀ ਹੈ ਜਿਹਦੇ ਤੇ ਸਰਕਾਰ ਨੇ ਇਹ ਗੱਲ ਕਹੀ ਆ, ਹਰਪਾਲ ਚੀਮੇ ਹੋਰਾਂ ਨੇ, ਕਿ ਉਹ ਝੂਠੀ ਚਿੱਠੀ ਆ, ਕਾਂਗਰਸ ਪਾਰਟੀ ਵਾਲਿਆਂ ਨੇ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ, ਕੋਈ ਏਦਾਂ ਦੀ ਗੱਲ ਨਹੀਂ ਹੈ। ਹੋਵੇ ਵੀ ਪਰ ਸਰਕਾਰ ਨੂੰ ਜਿਹੜਾ ਆ ਜ਼ਰੂਰ ਚੌਕਸੀ ਨਾਲ, ਮੈਨੂੰ ਲੱਗਦਾ ਕਿ ਸਰਕਾਰ 'ਚ ਜਿਹੜੇ ਸ਼ਾਮਲ ਲੋਕ ਨੇ ਚਾਹੇ ਉਹ ਮੰਤਰੀ ਹੈ ਚਾਹੇ ਵਿਧਾਇਕ, ਉਹਨਾਂ ਨੂੰ ਹੁਣ ਜ਼ਿਆਦਾ ਚੌਕਸੀ ਤੋਂ ਕੰਮ ਕਰਨ ਦੀ ਜ਼ਰੂਰਤ ਹੈ। ਲਾਲਜੀਤ ਭੁੱਲਰ ਟਰਾਂਸਪੋਰਟ ਮੰਤਰੀ ਹੈ ਤੇ ਉਹ ਠੀਕ ਹੈ, ਉਹ ਤਸਵੀਰ ਦਿਖਾਈ ਦੇ ਰਹੀ ਹੈ, ਪਰ ਕਿਸੇ ਕਿਸਮ ਦਾ ਭੜਕਾਊ ਭਾਸ਼ਣ ਕਰਦੇ ਨਹੀਂ ਉੱਥੇ ਉਹ ਦਿਖਾਈ ਦੇ ਰਹੇ। ਸਿਰਫ ਇੱਕ ਸੈਕਿੰਡ ਦੀ ਇੱਕ ਤਸਵੀਰ ਮਾੜੀ ਮੋਟੀ ਦਿਖਾਈ ਦਿੱਤੀ ਹੈ, ਉਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਦੇਸ਼ ਧਰੋਹ ਵਾਲਾ ਮਾਮਲਾ ਹੈਗਾ। ਕਈ ਵਾਰੀ ਲੋਕ ਆਪ ਮੁਹਾਰੀ ਵੀ ਗਏ ਹੁੰਦੇ ਆ, ਕੋਈ ਇੰਟੈਂਸ਼ਨਲੀ ਨਹੀਂ ਏਦਾਂ ਜਾਂਦਾ, ਨਾ ਹੀ ਕਈ ਵਾਰੀ ਮਨ ਦੇ ਵਿੱਚ ਏਦਾਂ ਦੀ ਗੱਲ ਹੁੰਦੀ ਹੈ। ਜੋ ਦੀਪ ਸਿੱਧੂ ਸੋਚਦਾ ਸੀ ਲਾਲਜੀਤ ਭੁੱਲਰ ਵੀ ਉਹੀ ਸੋਚਦਾ ਹੋਵੇ, ਜਾਂ ਦੀਪ ਸਿੱਧੂ ਦੀਆਂ ਜਿਹੜੀਆਂ ਐਕਟੀਵਿਟੀਜ਼ ਰਹੀਆਂ ਉਹੀ ਲਾਲਜੀਤ ਭੁੱਲਰ ਦੀਆਂ ਰਹੀਆਂ ਹੋਣ। ਇਹ ਏਦਾਂ ਨਹੀਂ ਹੁੰਦਾ ਕਦੀ ਵੀ। ਹਾਂ, ਉਹ ਗਏ ਆ, ਜੇ ਗਏ ਆ ਤੇ ਉਹਨਾਂ ਦੀ ਸ਼ਮੂਲੀਅਤ ਕਿਸ ਲੈਵਲ ਦੀ ਸੀ ਉਹ ਦੱਸ ਦੇਣਗੇ, ਉਹਨਾਂ ਨੇ ਕੋਈ ਰਿਐਕਟ ਤਾਂ ਹਾਲੇ ਤੱਕ ਕੀਤਾ ਨਹੀਂ। ਜੀ ਦਸਾਂ ਸਾਹਿਬ, ਅਕਾਲੀ ਦਲ 'ਚ ਕਾਫੀ ਬਗਾਵਤੀ ਸੁਰਾਂ ਉੱਠ ਰਹੀਆਂ। ਹੁਣ ਉਹ ਕਾਹਲੋਂ ਸਾਹਿਬ ਜਿਹੜੇ ਆਪਣੇ ਸਪੀਕਰ ਹੋਇਆ ਕਰਦੇ ਸੀ, ਉਹਨਾਂ ਦੇ ਬੇਟੇ ਦੇ ਘਰ 11 ਵੱਡੇ ਅਕਾਲੀ ਲੀਡਰ ਇਕੱਠੇ ਹੋਏ ਆ ਤੇ ਉੱਥੇ ਕੋਈ ਮੀਟਿੰਗ ਕੀਤੀ ਦੱਸੀ ਜਾ ਰਹੀ ਆ। ਦੂਜੇ ਪਾਸੇ ਚੰਦੂ ਮਾਜਰਾ ਵੀ ਕਹਿ ਰਹੇ ਆ ਕਿ ਪਾਰਟੀ ਨੂੰ ਸਹੀ ਸੇਧ ਦੇਣ ਲਈ ਲੀਡਰ ਜੇ ਇਕੱਠੇ ਹੁੰਦੇ ਆ ਤਾਂ ਉਹਨੂੰ ਬਗਾਵਤ ਨਹੀਂ ਕਿਹਾ ਜਾ ਸਕਦਾ। ਜੇ ਉਹ ਬਗਾਵਤ ਨਹੀਂ ਤੇ ਫਿਰ ਸੁਖਬੀਰ ਬਾਦਲ ਨੂੰ ਅਨੁਸ਼ਾਸਨੀ ਕਮੇਟੀ ਬਣਾਉਣ ਦੀ ਕਿ ਲੋੜ ਪਈ, ਤੇ ਅਨੁਸ਼ਾਸਨੀ ਕਮੇਟੀ ਦਾ ਮੁਖੀ ਜਿਹੜਾ ਬਣਾ ਦਿੱਤਾ ਮਲੂਕਾ, ਫਿਰ ਉਹ 'ਤੇ ਕੀ ਕਹੀਏ ਹੁਣ? ਨਹੀਂ, ਮੈਨੂੰ ਲੱਗਦਾ ਕਿ ਸ਼ਾਇਦ ਆਪਣੇ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਸ਼੍ਰੋਮਣੀ ਅਕਾਲੀ ਦਲ, ਤੇ ਜਿਸ ਢੰਗ ਦੇ ਨਾਲ ਸਾਰਾ ਕੁਝ ਅਸੀਂ ਦੇਖ ਰਹੇ ਹਾਂ ਅਨੁਸ਼ਾਸਨੀ ਕਮੇਟੀ ਦਾ, ਉਹਦਾ ਕੋਈ ਬਹੁਤਾ ਅਰਥ ਨਹੀਂ ਹੈ।
ਜਿਹੜੀ ਬਣਾਈ ਗਈ ਹੈ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ 'ਚ, ਜਿਹੜੇ ਲੋਕ ਵੀ ਉਹ 'ਚ ਸ਼ਾਮਲ ਕੀਤੇ ਗਏ ਉਹ ਵੀ ਕੋਈ ਬਹੁਤੇ ਇੱਦਾਂ ਦੇ ਚਿਹਰੇ ਨਹੀਂ ਹੈ ਵੀ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਲਈ ਜਾਂ ਅਕਾਲੀ ਜਿਹੜੀ ਹਿਸਟਰੀ ਉਹਦੇ ਵਿੱਚ ਉਹਨਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਰਹੀਆਂ ਹੋਣ, ਕੋਈ ਨਾਥੇ ਵਾਲੇ ਲੋਕ ਨਹੀਂ ਆ ਬਹੁਤੇ। ਤੇ ਜਿਹੜੇ ਲੋਕ ਉੱਥੇ ਇਕੱਠੇ ਹੋਏ ਕਰਨ ਜਿਹੜੇ ਕਾਲੋਂ ਦੇ ਘਰ ਦੇ ਵਿੱਚ 11 ਜਣੇ, ਉਹਦੇ ਚ ਚੰਦੂ ਮਾਜਰਾ ਵੀ, ਹਾਂਜੀ ਚੰਦੂ ਬਾਜਰਾ ਵੀ ਸੀ, ਜਗਮੀਤ ਬਰਾੜ ਵੀ ਸੀ, ਏਦਾਂ ਦੇ ਲੋਕ ਸੀਗੇ, ਮਨਪ੍ਰੀਤ ਆਲੀ। ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਇਨ ਫਿਊਚਰ ਜਿਹੜਾ ਆ ਸੁਖਬੀਰ ਬਾਦਲ ਉਹਨਾਂ ਨੂੰ ਮਿਲਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਕੇ ਕਿੱਦਾਂ ਇਹਦੀ ਆਨ ਸ਼ਾਨ ਬਾਨ ਬਹਾਲ ਕੀਤੀ ਜਾ ਸਕਦੀ ਹੈ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖ ਬੁੱਧੀਜੀਵੀ ਤੇ ਕੁਝ ਵਿਦਵਾਨ ਵੀ ਨਾਲ ਲੈ ਕੇ ਜਾਵਾਂਗੇ ਤੇ ਸ਼ਾਇਦ ਸਟੈਪ ਬਾਈ ਸਟੈਪ ਜਿਹੜਾ ਆ ਉਹ ਜਿਹੜੀ ਅਕਾਲੀ ਦਲ ਦੇ ਅੰਦਰ ਜਿਹੜੀ ਬਗਾਵਤ ਜਿਹੜੀ ਆ ਉਹ ਸ਼ਾਇਦ ਉਹ ਸਟੈਪ ਬਾਈ ਸਟੈਪ ਜਿਹੜੀ ਡਿਜ਼ਾਈਨ ਹੋ ਰਹੀ ਹੈ। ਉਹਨੂੰ ਇਮੀਡੀਏਟ ਹੁਣ ਇਸ ਵੇਲੇ ਤਾਂ ਨਹੀਂ ਬਗਾਵਤ ਕਿਹਾ ਜਾ ਸਕਦਾ ਕਿ ਉਹ ਵੱਖਰੀ ਧਿਰ ਬਣਾਉਣ ਤੁਰ ਪਏ ਆ ਜਾਂ ਅਕਾਲੀ ਦਲ ਦੇ ਉੱਤੇ ਕਬਜ਼ੇ ਦੀ ਲੜਾਈ ਸ਼ੁਰੂ ਹੋ ਗਈ ਹੈ, ਕਿਉਂਕਿ ਇਹ ਚਿਹਰੇ ਵੀ ਕੋਈ ਬਹੁਤ ਵੱਡੇ ਕੋਈ ਏਦਾਂ ਦੇ ਚਿਹਰੇ ਨਹੀਂ ਹੈ ਵੀ ਜਿਨ੍ਹਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਹੇਠਲਾ ਜਿਹੜਾ ਕੋਈ ਵਰਕਰ ਹੈ ਉਹਨਾਂ ਤੱਕ ਇਹਨਾਂ ਦੀ ਇੰਨੀ ਪਹੁੰਚ ਹੋਵੇ। ਨਾਂ ਜ਼ਰੂਰ ਹੈ ਪ੍ਰੇਮ ਸਿੰਘ ਚੰਦੂ ਮਾਜਰੇ ਦਾ, ਮਨਪ੍ਰੀਤ ਆਲੀ ਵੀ ਚਲੋ ਕਾਫੀ ਚੰਗੇ ਜੰਗ ਤੇ ਐਨਰਜੈਟਿਕ ਲੀਡਰ ਮੰਨੇ ਜਾਂਦੇ ਆ। ਜਗਮੀਤ ਬਰਾੜ ਜਿਹੜੇ ਆ ਉਹ ਬਾਰ-ਬਾਰ ਲੋਕਾਂ ਵੱਲੋਂ ਪਰਖੇ ਜਾ ਚੁੱਕੇ ਆ, ਉਹ ਤਾਂ ਫਿਊਜ਼ ਹੋ ਚੁੱਕੀ ਰਾਜਨੀਤੀ ਉਹਨਾਂ ਦੀ। ਸੋ ਇਸ ਕਰਕੇ ਉਹਨਾਂ ਤੋਂ ਵੀ ਕੋਈ ਬਹੁਤ ਏਦਾਂ ਦੀ ਬਗਾਵਤ ਦੀ ਸੰਭਾਵਨਾ ਪਤਾ ਨਹੀਂ। ਹੁਣ ਦੇਖਦੇ ਆ ਕਿ ਸੁਖਬੀਰ ਬਾਦਲ ਨੂੰ ਮਿਲਣ ਤੋਂ ਬਾਅਦ ਜੇ ਤਾਂ ਸ਼ਾਇਦ ਮੈਨੂੰ ਲੱਗਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਦਾਇਤ ਉੱਤੇ ਹੀ ਸੁਖਬੀਰ ਬਾਦਲ ਨੇ ਆਪ ਰਿਜ਼ਾਈਨ ਨਹੀਂ ਕੀਤਾ, ਬਾਕੀ ਸਾਰਾ ਕੁਝ ਭੰਗ ਕਰਤਾ ਅਕਾਲੀ ਦਲ ਦਾ, ਆਪ ਬਣੇ ਹੋਏ ਆ ਪ੍ਰਧਾਨ। ਕਿਉਂਕਿ ਬਾਦਲ ਸਾਹਿਬ ਜਿਸ ਅਵਸਥਾ 'ਚ ਆ ਉਹਨਾਂ ਨੂੰ ਲੱਗਦਾ ਹੈ ਵੀ ਮੈਂ ਤਾਂ ਹੁਣ ਐਕਟਿਵ ਨਹੀਂ ਆ ਕਿ ਜੇ ਅੱਜ ਪਿਛਲੇ ਬੈਂਚਾਂ ਤੇ ਬਿਠਾਤਾ ਸੁਖਬੀਰ ਬਾਦਲ ਨੂੰ ਤੇ ਮੁੜ ਕੇ ਇਹਨੂੰ ਮੋੜਲੇ ਬੈਂਚ ਤੇ ਲਿਆਉਣਾ ਬਹੁਤ ਔਖਾ ਹੋ ਜਾਣਾ। ਤੇ ਸ਼ਾਇਦ ਇਸੇ ਕਰਕੇ ਆਪਣੇ ਆਪ ਨੂੰ ਬਣਾਇਆ ਹੋਇਆ ਉਹਨਾਂ ਨੇ, ਹਾਲੇ ਛੱਡਿਆ ਨਹੀਂ ਸਾਰਾ ਕੁਝ। ਪਰ ਔਖੀ ਸਥਿਤੀ ਬਣੇਗੀ। ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹਦੀ ਸਥਿਤੀ ਬਹੁਤ ਜ਼ਿਆਦਾ ਮੈਂ ਕਹਿੰਦਾ ਹੁੰਦਾ ਵੀ ਉਹ ਕੋਮਾ 'ਚ ਜਾਣ ਵਾਲੀ ਗੱਲ ਹੋ ਗਈ ਹੈ ਤੇ ਵੈਂਟੀਲੇਟਰ ਤੇ ਹੀ ਅੱਜ ਕੱਲ੍ਹ ਤਾਂ ਸ਼੍ਰੋਮਣੀ ਅਕਾਲੀ ਦਲ ਕਿੱਦਾਂ ਰਿਵਾਈਵ ਹੋਣਾ ਕਿੱਦਾਂ ਨਹੀਂ, ਇਹ ਉਹਨਾਂ ਦੇ ਸਾਹਮਣੇ ਬਹੁਤ ਵੱਡਾ ਚੈਲੰਜ ਹੈ। ਵੈਂਟੀਲੇਟਰ ਤੋਂ ਮਰੀਜ਼ ਬਹੁਤ ਮੁਸ਼ਕਲ ਨਾਲ ਹੀ ਵਾਪਸ ਆਇਆ ਕਰਦੇ ਤੇ ਆਪਾਂ ਸਭ ਨੂੰ ਪਤਾ। ਪਰ ਜੇ ਖਾਸ ਕਰਕੇ ਜੇ ਮਰੀਜ਼ ਦੀ ਵਿਲ ਪਾਵਰ ਨਾ ਹੋਵੇ ਤੇ ਫਿਰ ਤੇ ਬਿਲਕੁਲ ਹੀ ਮਾੜਾ ਹਾਲ ਹੁੰਦਾ। ਆਪਾਂ ਇਹ ਵੀ ਸਮਝ ਸਕਦੇ ਹਾਂ ਜੇ ਸੁਖਬੀਰ ਬਾਦਲ ਨੇ ਆਪ ਹੀ ਨਹੀਂ ਸਮਝਦੇ ਕਿ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਹੈ, ਜੇ ਉਹ ਲਾਂਭੇ ਹੋ ਜਾਣ ਤੇ ਕਿਤੇ ਨਾ ਕਿਤੇ ਕੋਈ ਸੰਭਾਵਨਾ। ਬਾਕੀ ਜਿਹੜੇ ਚਿਹਰੇ ਸਾਰੇ ਇਕੱਠੇ ਹੋਏ ਆ ਇਹ ਸਾਰੇ ਹੈ ਤੇ ਉਹੀ ਨੇ ਜਿਹੜੇ ਬਾਗੀ ਸੁਰਾਂ ਵਾਲੇ ਆ। ਪਰ ਜੇ ਆਪਾਂ ਕਹੀਏ ਕੋਈ ਬਹੁਤ ਵੱਡੇ ਨਾਂ, ਹੁਣ ਜੇ ਬ੍ਰਹਮਪੁਰਾ ਨੂੰ ਵੱਡਾ ਨਾਂ ਕਹਿ ਲਈਏ, ਰਤਨ ਸਿੰਘ ਨੂੰ ਵੱਡਾ ਨਾਂ ਕਹਿ ਲਈਏ, ਪੁਰਾਣੇ ਅਕਾਲੀਆਂ ਚੋਂ ਉਹਨਾਂ ਦੇ ਪੱਲੇ ਵੀ ਤੇ ਕੋਈ ਡੱਬੇ 'ਚ ਉਹੀ ਕੁਝ ਕੱਢਣਾ ਨਾ ਜੋ ਡੱਬੇ 'ਚ ਪਿਆ ਹੈ ਹੀ ਨਹੀਂ। ਡੱਬੇ 'ਚ ਹੁਣ ਬਚਿਆ ਹੀ ਕੱਖ ਨਹੀਂ। ਹਾਂ, ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕੁਰਬਾਨੀ ਵਾਲੇ ਅਕਾਲੀ ਸੀ ਜੀ, ਉਹ ਬੜੇ ਚੰਗੇ ਜਥੇਦਾਰ, ਉਹ ਤੇ ਹੁਣ ਖਤਮ ਹੋ ਗਿਆ ਸਾਰਾ ਕੁਝ। ਤੇ ਉਹ ਖਤਮ ਹੋਏ ਜੋ ਕੀ ਮਤਲਬ ਵਾਪਸੀ ਦੀ ਉਮੀਦ ਕੀਤੀ ਜਾ ਸਕਦੀ ਆ। ਚਲੋ ਬਾਕੀ ਗੱਲਾਂ ਬਾਤਾਂ ਆਪਾਂ ਕੱਲ ਕਰਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ, ਸਮਾਂ ਆਪਣਾ ਹੋ ਗਿਆ, ਦੁਬਾਰਾ ਮਿਲਦੇ ਆ ਜੀ। ਬਹੁਤ ਸ਼ੁਕਰੀਆ, ਧੰਨਵਾਦ ਜੀ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ।